ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸੰਗਤ ਦੀ ਘੜੀ ਬਖਸ਼ੀ। ਤੇ ਪਹਿਲਾਂ ਸੁਖਵਿੰਦਰ ਕੌਰ ਇੰਟਰੋਡਿਊਸ ਕਰੋਗੇ ਅੱਜ ਦਾ ਟੌਪਿਕ, ਤੇ ਫਿਰ ਅਸੀਂ ਕੁਐਸਚਨ ਆਨਸਰ ਵੀ ਵਿੱਚ ਲਵਾਂਗੇ। ਜਿੱਥੇ ਕਿਸੇ ਦਾ ਕੋਈ ਕੁਐਸਚਨ ਹੋਇਆ ਪ੍ਰੈਕਟੀਕਲ ਤੌਰ 'ਤੇ ਜਾਂ ਟੌਪਿਕ ਨਾਲ ਰਿਲੇਟਡ, ਉਹ ਫਿਰ ਤੁਸੀਂ ਸਾਨੂੰ ਨਹੀਂ ਤਾਂ WhatsApp 'ਤੇ ਮੈਸੇਜ ਕਰ ਸਕਦੇ ਆ ਜਾਂ ਫੋਨ ਵੀ ਕਰ ਸਕਦੇ। ਜੇ ਫੋਨ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਸਪੀਕਰ 'ਤੇ ਪਾ ਦਾਂਗੇ। ਜੇ ਤੁਸੀਂ YouTube ਦੀ ਕਮੈਂਟ ਸੈਕਸ਼ਨ ਵਿੱਚ ਆਪਣਾ ਸਵਾਲ ਕੋਈ ਪਾਉਣਾ ਚਾਹੁੰਦੇ ਉੱਥੇ ਵੀ ਪਾ ਸਕਦੇ ਆ। ਫ਼ੋਨ ਨੰਬਰ ਹੈਗਾ 780 710 4609 7807104609। ਕੈਨੇਡਾ ਦਾ ਨੰਬਰ ਹੈ, ਸੋ ਜੇ ਦੂਰੋਂ ਕਰ ਰਹੇ ਹਾਂ ਤਾਂ ਸ਼ਾਇਦ ਤੁਹਾਨੂੰ 001 ਕੰਟਰੀ ਕੋਡ ਮੋਹਰੇ ਲਾਉਣਾ ਪਊਗਾ। ਆਓ ਅੱਜ ਦਾ ਟੌਪਿਕ ਸਰਵਣ ਕਰਦੇ ਹਾਂ। ਜੋ ਆਪਾਂ ਸਿਮਰਨ ਕਰ ਰਹੇ ਸੀ, ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਦੱਸਦੇ ਆ ਕਿ ਜਿਹੜੇ ਹਰੀ ਦੇ ਸੇਵਕ ਆ, ਹਰੀ ਦੇ ਪਿਆਰੇ ਆ, ਉਹ ਪਰਮਾਤਮਾ ਦਾ ਨਾਮ ਜਪਦੇ ਆ। ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਭੇਦ ਦਿੰਦੇ ਆ ਜਪਣ ਬਾਰੇ। ਜੋ ਆਪਾਂ ਸਿਮਰਨ ਕਰ ਰਹੇ ਸੀ ਤੇ ਮਹਾਰਾਜ ਕਹਿੰਦੇ ਜਦੋਂ ਅਸੀਂ ਪਰਮਾਤਮਾ ਨੂੰ ਜਪਦੇ ਆ, ਜਿਹੜਾ ਲੇਖਾ ਸਾਡਾ ਹੁੰਦਾ ਉਹ ਵੀ ਮੁੱਕ ਜਾਂਦਾ। ਜਿਹੜਾ ਅਸੀਂ ਸਵਾਸਾਂ ਦਾ ਹਿਸਾਬ ਕਿਤਾਬ ਦੇਣਾ ਹੈ, ਜਦੋਂ ਅਸੀਂ ਹਰੀ ਦਾ ਨਾਮ ਜਪਦੇ ਆ ਤੇ ਮਹਾਰਾਜ ਕਹਿੰਦੇ ਚਿੱਤਰਗੁਪਤ ਦਾ ਜੋ ਲਿਖਿਆ ਹੋਇਆ ਲੇਖਾ ਆ ਉਹ ਪਾੜ ਦਿੱਤਾ ਜਾਂਦਾ, ਉਹ ਖਤਮ ਹੋ ਜਾਂਦਾ। ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾਕੀ। ਕਹਿੰਦੇ ਹਰੀ ਦੇ ਸੇਵਕ ਜਿਹੜੇ ਆ ਉਹ ਹਰੀ ਦੇ ਪਿਆਰੇ ਹੁੰਦੇ ਆ, ਜਿਹੜੇ ਗੁਰੂ ਦੇ ਬਚਨਾਂ ਰਾਹੀਂ ਉਸ ਪਰਮਾਤਮਾ ਨੂੰ ਜਪਦੇ ਆ, ਉਸ ਦਾ ਨਾਮ ਜਪਦੇ ਆ, ਉਸ ਨੂੰ ਰਾਧਦੇ ਆ, ਉਹਦਾ ਸਿਮਰਨ ਕਰਦੇ ਆ। ਫਿਰ ਮਹਾਰਾਜ ਕਹਿੰਦੇ ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਕਿ ਜਿਹੜਾ ਸਵਾਸ ਸਾਨੂੰ ਮਹਾਰਾਜ ਨੇ ਦਿੱਤੇ ਆ, ਗਣਕਾਲੇ ਸਭ ਦਿਵਸ ਸਾਸ, ਨੈ ਬੜਨ ਘਟਨ ਤਿਲ ਸਾਰ। ਜੋ ਵਾਹਿਗੁਰੂ ਜੀ ਨੇ ਸਾਨੂੰ ਸਵਾਸ ਦਿੱਤੇ ਆ, ਇਹਨਾਂ ਸਵਾਸਾਂ ਦਾ ਹਿਸਾਬ ਕਿਤਾਬ ਹੋਣੇ ਆ। ਤੇ ਚਿੱਤਰਗੁਪਤ ਜੋ ਲੇਖਾ ਲਿਖਦੇ ਆ, ਜਿੱਥੇ ਵੀ ਅਸੀਂ ਸਵਾਸ ਖਰਚ ਕਰਦੇ ਆ, ਰਜੋਗੁਣ ਤੇ, ਤਮੋਗੁਣ ਤੇ, ਸਤੋਗੁਣ ਦੇ, ਤ੍ਰੈ ਗੁਣਾਂ ਦੇ ਵਿੱਚ, ਉਹਦਾ ਸਾਡਾ ਹਿਸਾਬ ਕਿਤਾਬ ਹੁੰਦਾ। ਜਿਹੜੇ ਅਸੀਂ ਤ੍ਰੈ ਗੁਣਾਂ ਤੋਂ ਉੱਪਰ ਮਾਲਕ ਦੀ ਉਸਤਤ ਕਰਦੇ ਆ, ਨਾਮ ਜਪਦੇ ਆ, ਇਹ ਸਾਡੇ ਸਵਾਸ ਜਮ੍ਹਾਂ ਹੁੰਦੇ ਆ। ਜਿਹੜੇ ਤ੍ਰੈ ਗੁਣਾਂ ਦੇ ਵਿੱਚ ਆ ਉਹ ਸਾਡੇ ਸਵਾਸ ਖਰਚ ਹੁੰਦੇ ਆ। ਤੇ ਇਹਨਾਂ ਸਵਾਸਾਂ ਦਾ ਸਾਨੂੰ ਹਿਸਾਬ ਕਿਤਾਬ ਦੇਣਾ ਪੈਂਦਾ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਆ, ਜਿਹੜੇ ਹਰੀ ਦੇ ਪਿਆਰੇ ਉਸ ਪਰਮਾਤਮਾ ਦਾ ਨਾਮ ਜਪਦੇ ਆ, ਤੇ ਜਿਹੜੇ ਚਿੱਤਰਗੁਪਤ ਦੁਆਰਾ ਲੇਖਾ ਲਿਖਿਆ ਹੋਇਆ ਆ ਉਹ ਖਤਮ ਹੋ ਜਾਂਦਾ। ਉਹ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ, ਹਿਸਾਬ ਕਿਤਾਬ ਮੁੱਕ ਜਾਂਦਾ। ਗੁਰੂ ਸਾਹਿਬ ਕਹਿੰਦੇ ਲੇਖਾ ਚਿੱਤਰਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਫਿਰ ਮਹਾਰਾਜ ਕਹਿੰਦੇ ਕਿ ਹਰੀ ਦੇ ਜਿਹੜੇ ਸੰਤ ਆ, ਹਰੀ ਨੂੰ ਜਪਦੇ ਆ, ਸੰਗਤ ਵਿੱਚ ਜਾ ਕੇ ਮਹਾਰਾਜ ਕਹਿੰਦੇ ਹਰ ਕੇ ਸੰਤ ਜਪਿਓ, ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ। ਕਿ ਜੇ ਹੁਣ ਆਪਾਂ ਸੰਗਤ ਦੇ ਰੂਪ ਵਿੱਚ ਸਿਮਰਨ ਕਰਦੇ ਆ, ਪਰਮਾਤਮਾ ਦਾ ਨਾਮ ਜਪਦੇ ਆ, ਤੇ ਉਹ ਮਨ ਨੂੰ ਸੰਤ ਕਿਹਾ ਹੈ। ਤੇ ਜਿਹੜੇ ਮਹਾਰਾਜ ਕਹਿੰਦੇ ਸੰਤ ਜਪਦੇ ਆ, ਉਹ ਫਿਰ ਹਰੀ ਦੇ ਨਾਮ ਦੇ ਨਾਲ ਲੱਗ ਜਾਂਦੇ ਆ, ਸਾਧ ਜਨਾਂ ਦੀ ਸੰਗਤ ਕਰਦੇ ਆ। ਤੇ ਮਹਾਰਾਜ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਆ ਉਹ ਬੁੱਝ ਜਾਂਦੀ ਹੈ। ਜਿਹੜੀ ਉਹਨਾਂ ਨੂੰ ਤ੍ਰਿਸ਼ਨਾ ਵਿਚਾਰ ਫੁਰਨੇ ਆ, ਧਾਤ ਦੇ ਰਸਤੇ 'ਤੇ ਮਨ ਚਲਾ ਜਾਂਦਾ, ਉਹ ਧਾਤ ਦੇ ਰਸਤੇ ਤੋਂ ਛੁੱਟ ਜਾਂਦੇ। ਤੇ ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਪਰਮਾਤਮਾ ਠੰਡ ਪੈਦਾ ਕਰ ਦਿੰਦੇ, ਜਿਹਨੂੰ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੂਝੀ ਅੰਤਰ ਠੰਡਾ, ਗੁਰ ਪੂਰੇ ਲੈ ਟੁੱਟਾ ਗੰਢਾ। ਤੇ ਉਹਨਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਆ। ਤੇ ਚੰਦ ਦੀ ਚੰਦੌਰੀ, ਕਿਉਂਕਿ ਚੰਦਰਮਾ ਠੰਡਾ ਆ। ਤੇ ਮਹਾਰਾਜ ਇੱਥੇ ਸੂਰਜ ਤੇ ਚੰਦਰਮਾ ਬਾਰੇ ਦੱਸਦੇ ਆ। ਮਹਾਰਾਜ ਕਹਿੰਦੇ ਦਿਨੀਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸ਼ਿਵ ਚਰਿਓ ਚੰਦ ਚੰਦਾਕੀ। ਕਹਿੰਦੇ ਕਿ ਜਿਹੜੀ ਸਾਡੀਆਂ ਖਾਹਿਸ਼ਾਂ, ਆਸ਼ਾ ਅਭਿਲਾਸ਼ਾ, ਤ੍ਰਿਸ਼ਨਾਵਾਂ, ਜਦੋਂ ਸਾਡਾ ਮਨ ਰਜੋਗੁਣ 'ਤੇ ਆਉਂਦਾ, ਇਹ ਤ੍ਰਿਸ਼ਨਾਵਾਂ ਸਾਡੀਆਂ ਖਤਮ ਹੋ ਜਾਂਦੀਆਂ। ਤੇ ਫਿਰ ਮਹਾਰਾਜ ਕਹਿੰਦੇ ਆ ਇਹ ਤ੍ਰਿਸ਼ਨਾਵਾਂ ਦਾ ਸੂਰਜ
ਉਹਨੂੰ ਸੂਰ ਕਿਹਾ, ਤ੍ਰਿਸ਼ਨਾਵਾਂ ਜਿਹੜੀਆਂ ਜਦੋਂ ਤਮੋਗੁਣੀ ਸਾਡਾ ਮਨ ਰਜੋਗੁਣ ਤੋਂ ਤਮੋਗੁਣ ਦਾ ਸਾਥ ਲੈ ਕੇ ਚੱਲਦਾ ਧਾਤ ਦੇ ਰਸਤੇ 'ਤੇ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਜਿਹੜੀਆਂ ਮਨ ਦੇ ਵਿੱਚ ਹੁੰਦੀਆਂ ਉਹ ਖਤਮ ਹੋ ਜਾਂਦੀਆਂ। ਉਹ ਤ੍ਰਿਸ਼ਨਾ ਦਾ ਜਿਹੜਾ ਸੂਰਜ ਆ ਉਹ ਖਤਮ ਹੋ ਜਾਂਦਾ, ਬੁਝ ਜਾਂਦਾ। ਫਿਰ ਕਹਿੰਦੇ ਸ਼ਿਵ ਚਰਿਓ ਚੰਦ ਚੰਦਾਕੀ, ਕਹਿੰਦੇ ਫਿਰ ਜਿਹੜਾ ਠੰਡਾ ਪਾਸਾ ਆ, ਜਿਹੜਾ ਚੰਦਰਮਾ ਵਾਲਾ ਪਾਸਾ ਆ ਉਹ ਚੜ੍ਹ ਜਾਂਦਾ। ਅਤੇ ਮਹਾਰਾਜ ਨੇ ਆਪਾਂ ਨੂੰ ਫਿਰ ਦੱਸਿਆ ਤ੍ਰਿਸ਼ਨਾ ਬੁੱਝੀ ਅੰਤਰ ਠੰਡਾ, ਕਿ ਜਿਹੜਾ ਸਾਡਾ ਤ੍ਰਿਸ਼ਨਾ ਜਦੋਂ ਬੁੱਝ ਜਾਂਦੀ ਆ ਅੰਦਰ ਸਾਡਾ ਠੰਡਾ ਹੋ ਜਾਂਦਾ। ਗੁਰ ਪੂਰੇ ਲੈ ਟੁੱਟਾ ਗੰਢਾ, ਕਿ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਸਾਡੀ ਟੁੱਟੀ ਗੰਢੀ ਜਾਂਦੀ। ਹੁਣ ਸਾਡੀ ਟੁੱਟੀ ਕਿੱਥੋਂ ਆ? ਨਾਮ ਨਾਲੋਂ। ਮਹਾਰਾਜ ਕਹਿੰਦੇ ਫਿਰ ਉਸ ਨਾਮ ਨਾਲ ਸਾਡੀ ਗੰਢੀ ਜਾਂਦੀ, ਜਿਸ ਤੋਂ ਸਾਡੀ ਨਾਮ ਨਾਲ ਲਿਵ ਟੁੱਟਣ ਕਰਕੇ ਅਸੀਂ ਸੰਸਾਰ ਵਿੱਚ ਆਉਂਦੇ ਹਾਂ। ਇੱਥੇ ਆ ਕੇ ਅਸੀਂ ਮਾਇਆ ਦੇ ਦੇਸ਼ ਵਿੱਚ ਵਿਚਰਦੇ ਹਾਂ। ਜਦੋਂ ਵਾਹਿਗੁਰੂ ਕਿਰਪਾ ਕਰਦੇ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਦੇ ਬਚਨਾਂ ਨੂੰ ਮੰਨਦੇ ਹਾਂ, ਫਿਰ ਨਾਮ ਜਪਦੇ ਹਾਂ, ਫਿਰ ਇਹ ਤ੍ਰਿਸ਼ਨਾ ਸਾਡੀ ਬੁੱਝ ਜਾਂਦੀ ਆ। ਅਤੇ ਮਹਾਰਾਜ ਕਹਿੰਦੇ ਗੁਰ ਪੂਰੇ ਲੈ ਟੁੱਟਾ ਗੰਢਾ, ਫਿਰ ਸਾਡੀ ਗੁਰੂ ਪੂਰਾ ਕਿਰਪਾ ਕਰਕੇ ਟੁੱਟੀ ਗੰਢ ਦਿੰਦੇ। ਅਤੇ ਮਹਾਰਾਜ ਕਹਿੰਦੇ ਟੂਟੀ ਗਾਂਢਨ ਹਾਰ ਗੋਪਾਲ, ਕਿ ਜਿੱਥੋਂ ਸਾਡੀ ਟੁੱਟੀ ਸੀ, ਕਿੱਥੋਂ ਟੁੱਟੀ ਸੀ? ਨਾਮ ਨਾਲੋਂ। ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਸਾਡੀ ਲਿਵ ਨਾਮ ਨਾਲੋਂ ਟੁੱਟ ਗਈ। ਇਸ ਮਾਇਆ ਦੇ ਦੇਸ਼ ਵਿੱਚ ਅਸੀਂ ਆ ਗਏ। ਜਦੋਂ ਫਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰਬਾਣੀ ਗੁਰੂ ਦੁਆਰਾ ਆਪਾਂ ਹੁਣ ਭੇਦ ਲੈ ਰਹੇ ਹਾਂ, ਜਾਪ ਕਰਦੇ ਹਾਂ, ਫਿਰ ਸਾਡੀ ਟੁੱਟੀ ਹੋਈ ਉਹ ਨਾਮ ਨਾਲ ਜੁੜ ਜਾਂਦੀ ਹੈ। ਲਿਵ ਸੁਰਤੀ ਹੁਣ ਆਪਾਂ ਨੂੰ ਇਹੀ ਗੁਰਬਾਣੀ ਵਿੱਚ ਭੇਜ ਦਿੱਤਾ। ਅਤੇ ਜੋ ਆਪਾਂ ਜਿਹੜਾ ਪ੍ਰੋਗਰਾਮ ਆ ਇਹ ਸਵਾਲ ਜਵਾਬ ਦਾ ਹੀ ਹੈ, ਕਿ ਜੋ ਗੁਰਬਾਣੀ ਦੇ ਵਿੱਚ ਸਾਨੂੰ ਸਾਡੇ ਹਰੇਕ ਸਵਾਲ ਦਾ ਜਵਾਬ ਦਿੱਤਾ ਹੋਇਆ। ਅਤੇ ਕਈ ਗੁਰਮੁਖ ਸਵਾਲ ਕਰਦੇ ਆ ਕਿ ਅਵਤਾਰ ਜਿਹੜੇ ਪ੍ਰਮਾਤਮਾ ਅਵਤਾਰ ਭੇਜਦੇ ਆ, ਉਹਨਾਂ ਅਵਤਾਰਾਂ 'ਚ ਕੋਈ ਫਰਕ ਹੁੰਦਾ ਆ ਕਿ ਇੱਕੋ ਜਿਹੇ ਹੁੰਦੇ ਆ? ਹਾਂਜੀ, ਸੋ ਇਹ ਜਿਹੜਾ ਸਵਾਲ ਹੈ ਬਹੁਤ ਵਧੀਆ ਸਵਾਲ ਆ। ਜਿਵੇਂ ਤੁਸੀਂ ਹੁਣੀ ਦੱਸਿਆ ਕਿ ਸਾਡੀ ਸੁਰਤੀ ਜਿਹੜੀ ਹੈ ਟੁੱਟ ਜਾਂਦੀ ਨਾਮ ਤੋਂ, ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਅਤੇ ਪੂਰਾ ਗੁਰੂ ਸਾਨੂੰ ਨਾਮ ਨਾਲ ਜੋੜਦਾ ਆ। ਇੱਦਾਂ ਹੀ ਜਿਹੜੇ ਅਵਤਾਰ ਹੋਏ ਆ ਪਿਛਲੇ, ਉਹਨਾਂ ਨੂੰ ਕਲਾ ਸੌਂਪੀ ਹੁੰਦੀ ਆ। ਅਵਤਾਰਾਂ ਦੇ ਵਿੱਚ ਫਰਕ ਹੁੰਦਾ ਆ, ਕਈ ਵਾਰੀ ਹੁੰਦਾ ਫਰਕ ਸੁਭਾਅ ਦੇ ਵਿੱਚ ਵੀ ਅਤੇ ਅਵਸਥਾ ਦੇ ਵਿੱਚ ਵੀ ਫਰਕ ਹੁੰਦਾ ਹੈ। ਜਿਵੇਂ ਮਹਾਂਪੁਰਖ ਸਾਨੂੰ ਪਿਤਾ ਜੀ ਹੁਣੀ ਦੱਸਦੇ ਸੀਗੇ ਕਿ ਜਿਹੜੇ ਅਵਤਾਰ ਹਨ, ਜਿਹੜੇ ਪਹਿਲੇ ਅਵਤਾਰ ਸੀਗੇ, ਜਿਵੇਂ ਸਤਯੁਗ ਦੇ ਵਿੱਚ, ਦੁਆਪਰ ਤ੍ਰੇਤੇ ਦੇ ਵਿੱਚ ਆਏ, ਉਹ ਅਵਤਾਰ ਜਿਹੜੇ ਸਨ ਉਹਨਾਂ ਦਾ ਮਨ ਸਾਡੇ ਮਨਾਂ ਵਾਂਗ ਪੰਜਾਂ ਤੱਤਾਂ ਤੋਂ ਪ੍ਰਗਟ ਕੀਤਾ ਗਿਆ, ਜਿਹਨੂੰ ਮਹਾਰਾਜ ਕਹਿੰਦੇ ਏ ਮਨ ਕਰਮਾ, ਏ ਮਨ ਧਰਮਾ, ਏ ਮਨ ਪੰਚ ਤੱਤ ਤੇ ਜਨਮ। ਪਰ ਉਹ ਅਵਤਾਰ ਤਾਂ ਸੀ ਕਿਉਂਕਿ ਉਹਨਾਂ ਨੂੰ ਕਲਾ ਦਿੱਤੀ ਪ੍ਰਮਾਤਮਾ ਨੇ, ਅਤੇ ਮਹਾਰਾਜ ਨੇ ਕੋਈ ਨਾ ਕੋਈ ਉਹਨਾਂ ਤੋਂ ਪਰਉਪਕਾਰ ਦੁਨੀਆ ਦੇ ਵਿੱਚ ਕਰਾਉਣਾ ਸੀ। ਉਹਨਾਂ ਦੀ ਸੁਰਤੀ ਜਿਹੜੀ ਆ ਨਾਮ ਤੋਂ ਤੋੜੀ ਨਹੀਂ ਗਈ। ਨਾਮ ਤੋਂ ਪਹਿਲੇ ਅਵਤਾਰਾਂ ਦੀ ਜਿਹੜੀ ਸੁਰਤੀ ਆ ਉਹ ਤਾਂ ਅਵਤਾਰ ਰਖਵਾਉਂਦੇ ਸਨ ਕਿਉਂਕਿ ਉਹਨਾਂ ਦੀ ਸੁਰਤੀ ਤੋੜੀ ਨਹੀਂ ਗਈ ਨਾਮ ਤੋਂ, ਅਤੇ ਉਹਨਾਂ ਨੂੰ ਫਿਰ ਮਹਾਰਾਜ ਨੇ ਨਾਮ ਰਾਹੀਂ ਆਪਣੀ ਸ਼ਕਤੀ ਕਲਾ ਬਖਸ਼ੀ। ਫਿਰ ਅਵਤਾਰਾਂ ਦੇ ਵਿੱਚ ਫਰਕ ਰਿਹਾ, ਜਿਵੇਂ ਕਿ ਸਤਯੁਗ ਦੇ ਵਿੱਚ ਚਲੋ ਵਿਸ਼ਨੂੰ ਭਗਵਾਨ ਸਨ, ਉਹਨਾਂ ਨੂੰ ਕਲਾ ਦਿੱਤੀ ਅਤੇ ਉਹਨਾਂ ਨੇ ਕਲਾ ਦਾ ਇਸਤੇਮਾਲ ਕੀਤਾ, ਪਰ ਉਹਨਾਂ ਨੇ ਜਿਵੇਂ ਕਿਸੇ ਦੇ ਝਗੜੇ ਨਿਬੇੜਨੇ, ਜਿਵੇਂ ਬ੍ਰਹਮਾ ਅਤੇ ਸ਼ਿਵ ਜੀ ਦੇ ਵਿੱਚ ਝਗੜਾ ਪਿਆ ਸੀ। ਜੇ ਅਸੀਂ ਦੇਖਦੇ ਹਾਂ ਤ੍ਰੇਤੇ ਯੁੱਗ ਨੂੰ, ਰਾਮਚੰਦਰ ਜੀ 14 ਕਲਾ ਸੰਪੂਰਨ ਸਨ। ਇਤਿਹਾਸ ਦੇ ਵਿੱਚ ਦੱਸਿਆ ਹੋਇਆ ਕਿ ਉਹ 14 ਕਲਾ ਸੰਪੂਰਨ ਸਨ ਅਵਤਾਰ, ਅਤੇ ਉਹਨਾਂ ਨੇ ਵੀ ਆਪਣੀ ਕਲਾ ਦਾ ਇਸਤੇਮਾਲ ਕੀਤਾ, ਪਰ ਉਹ ਵੀ ਜ਼ਿਆਦਾ ਯੁੱਧਾਂ ਦੇ ਵਿੱਚ ਰਹਿ ਬਨਵਾਸ ਹੋ ਗਿਆ ਸੀਗਾ। ਇਤਿਹਾਸ ਤਾਂ ਹੁਣ ਤਕਰੀਬਨ ਸਾਰੇ ਜਾਣਦੇ ਹੀ ਆ। ਅਤੇ ਜਦੋਂ ਦੁਆਪਰ ਆਇਆ, ਦੁਆਪਰ ਯੁੱਗ ਦੇ ਵਿੱਚ ਯੁੱਗ ਦੇ ਅਵਤਾਰ ਸਨ ਕ੍ਰਿਸ਼ਨ ਭਗਵਾਨ ਜੀ, ਉਹ 16 ਕਲਾ ਸੰਪੂਰਨ ਸਨ। ਅਤੇ ਜੇ ਤੁਸੀਂ ਇਤਿਹਾਸ ਦੇਖੋ ਕਿ ਹੁਣ ਸੁਭਾਅ ਦੀ ਗੱਲ ਕਰੀਏ, ਸੁਭਾਅ ਦਾ ਵੀ ਫਰਕ ਹੁੰਦਾ ਹੈ। ਰਾਮਚੰਦਰ ਜੀ ਨੇ ਕਾਫੀ ਮਰਿਆਦਾ ਜਿਹੜੀ ਆ ਉਹ ਕਾਇਮ ਰੱਖੀ ਜੋ ਚੱਲਦੀ ਸੀਗੀ, ਤਾਂ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਅਵਤਾਰ ਕਿਹਾ ਜਾਂਦਾ। ਕ੍ਰਿਸ਼ਨ ਭਗਵਾਨ ਨੇ ਦੁਆਪਰ ਯੁੱਗ ਦੇ ਵਿੱਚ ਕਈ ਮਰਿਆਦਾ ਜਿਹੜੀਆਂ ਤੋੜ ਦਿੱਤੀਆਂ,
ਜਿਵੇਂ ਇੰਦਰ ਦੀ ਪੂਜਾ, ਬ੍ਰਹਮਾ ਦੀ ਪੂਜਾ, ਉਹ ਖੰਡਨ ਉਹਨਾਂ ਨੇ ਕਰ ਦਿੱਤੀ। ਉਹਨਾਂ ਨੇ ਕਈ ਮਰਿਆਦਾ ਜਿਹੜੀ ਹੈ ਤੋੜੀ। ਸੋ ਸੁਭਾਅ ਦੇ ਵਿੱਚ ਵੀ ਫਰਕ ਹੁੰਦਾ ਹੈ। ਹੁਣ ਅਵਤਾਰ ਆਉਂਦਾ ਹੈ ਜਿਸ ਅਵਸਥਾ ਦੇ ਵਿੱਚ ਉਹਨਾਂ ਨੂੰ ਪਿੱਛੋਂ ਮਹਾਰਾਜ ਨੇ ਭੇਜਿਆ ਹੁੰਦਾ ਕਿਸੇ ਮਿਸ਼ਨ ਲਈ। ਜਿੱਦਾਂ ਰਾਮਚੰਦਰ ਜੀ ਨੂੰ ਭੇਜਿਆ ਇਸੇ ਕਾਰਨ ਹੈ ਕਿ ਉਹਨਾਂ ਨੇ ਤ੍ਰੇਤੇ ਯੁੱਗ ਦੇ ਵਿੱਚ ਧਰਮ ਦੀ ਸਥਾਪਨਾ ਕਰਕੇ ਉਹਨਾਂ ਨੇ ਰਾਵਣ ਨੂੰ ਮਾਰਨਾ ਵੀ ਸੀ। ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਮਾਰਨਾ ਸੀਗਾ ਅਤੇ ਉਹਨਾਂ ਨੇ ਹੋਰ ਕੇ ਜਿਹੜੇ ਭਗਤ ਜਨ ਸਨ ਉਹਨਾਂ ਦਾ ਉਧਾਰ ਕਰਨਾ ਸੀ। ਮਹਾਭਾਰਤ ਦੇ ਵਿੱਚ ਉਹਨਾਂ ਨੇ ਆਪਣਾ ਵਾਲਾ ਕੰਟਰੋਲ ਰੱਖ ਕੇ ਉਹਨਾਂ ਨੇ ਜਿਹੜਾ ਯੁੱਧ ਦੇ ਵਿੱਚ ਪਾਂਡਵਾਂ ਨੂੰ ਜਿਤਾਉਣਾ ਸੀ। ਇੱਦਾਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਅਵਤਾਰ ਆਏ। ਜਿਹੋ ਜਿਹਾ ਯੁੱਗ ਹੁੰਦਾ ਆ ਉਹੋ ਜਿਹਾ ਫਿਰ ਅਵਤਾਰ ਆਏ। ਹੁਣ ਜਿੰਨਾ ਭਿਆਨਕ ਕਲਯੁੱਗ ਆ ਉਹ ਫਿਰ ਉਸ ਤੋਂ ਵੱਡੇ ਅਵਤਾਰ ਆਏ। ਯੁੱਗ ਦੇ ਅਵਤਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਸਤਿਗੁਰੂ ਅਵਤਾਰ ਅਤੇ ਦੂਜੇ ਅਵਤਾਰਾਂ ਦੇ ਵਿੱਚ ਬਹੁਤ ਫਰਕ ਆ। ਸਤਿਗੁਰੂ ਸਰਬ ਕਲਾ ਸਮਰੱਥ ਆ ਅਤੇ ਉਹਨਾਂ ਦਾ ਮਨ ਪੰਜਾਂ ਤੱਤਾਂ ਤੋਂ ਪ੍ਰਗਟ ਨਹੀਂ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਉਹ ਪ੍ਰਗਟ ਹੋਇਆ ਸਿੱਧਾ ਨਾਮ ਦੇ ਵਿੱਚੋਂ, ਜਿਹਨੂੰ ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨ ਸਕੈ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ। ਉਹ ਸਿੱਧਾ ਨਾਮ ਦੇ ਵਿੱਚੋਂ ਉਹਨਾਂ ਦਾ ਮਨ ਦਾ ਪ੍ਰਕਾਸ਼ ਕੀਤਾ ਜਾਂਦਾ ਅਤੇ ਉਹ ਗੱਲ ਵੀ ਫਿਰ ਨਾਮ ਤੋਂ ਹੀ ਸ਼ੁਰੂ ਕਰਦੇ ਆ। ਨਾਮ ਤੋਂ ਸ਼ੁਰੂ ਕਰਦੇ ਆ ਗੱਲ ਅਤੇ ਉਹ ਫਿਰ ਸ਼ਿਵ ਸ਼ਕਤੀ ਦੇ ਖੇਡ ਜੋ ਆ ਉਹ ਸਮਝਾਉਂਦੇ ਆ। ਉਹਨਾਂ ਨੇ ਫਿਰ ਜਦੋਂ ਕਲਾ ਕਿਤੇ ਇਸਤੇਮਾਲ ਕੀਤੀ ਕਲਯੁੱਗ ਦੇ ਵਿੱਚ, ਹਮੇਸ਼ਾ ਹੀ ਸਤਿਗੁਰੂ ਸਰਬ ਕਲਾ ਸਮਰੱਥ ਹਨ। ਉਹਨਾਂ ਨੇ ਜਿੱਥੇ ਵੀ ਕਲਾ ਦਾ ਇਸਤੇਮਾਲ ਕੀਤਾ ਉਹ ਇਸ ਲਈ ਕੀਤਾ ਕਿ ਲੋਕਾਂ ਨੂੰ ਸਮਝਾਉਣ ਵਾਸਤੇ। ਜਿੱਥੇ ਉਹਨਾਂ ਨੇ ਕਲਾ ਵਰਤੀ ਉਹ ਨਾਲ ਬ੍ਰਹਮ ਦਾ ਗਿਆਨ ਦਿੱਤਾ। ਜਿਵੇਂ ਮਹਾਰਾਜ ਨੇ ਕੱਲ੍ਹ ਵੀ ਵਿਚਾਰ ਕੀਤੀ ਸੀਗੀ ਕਿਵੇਂ ਉਹਨਾਂ ਨੇ ਮੋਦੀਖਾਨੇ ਦਾ ਨੌਕਰੀ ਕੀਤੀ, ਕਿਵੇਂ ਮਹਾਰਾਜ ਨੇ ਬੇਈ ਨਦੀ ਦੇ ਵਿੱਚ ਫਿਰ ਜਦੋਂ ਡੁੱਬੀ ਮਾਰੀ ਸੀਗੀ ਅਤੇ ਉਹਨਾਂ ਨੇ ਫਿਰ ਆਪਣਾ ਸਰੀਰ ਪੰਜ ਤੱਤ ਆਪਣੇ ਸਰੀਰ ਜਿਹੜਾ ਆ ਉਹ ਨਾਰਾਇਣ ਨਿਰੰਕਾਰ ਦੇ ਵਿੱਚ ਸਮਾ ਦਿੱਤਾ। ਉੱਥੇ ਕਲਾ ਦਾ ਇਸਤੇਮਾਲ ਕੀਤਾ ਮਹਾਰਾਜ ਨੇ, ਪਰ ਕੀਤਾ ਕਿਉਂ? ਕਿਉਂਕਿ ਬ੍ਰਹਮ ਦਾ ਭੇਦ ਦੇਣਾ ਸੀ। ਉੱਥੋਂ ਫਿਰ ਮਹਾਰਾਜ ਨੇ ਪ੍ਰਚਾਰ ਇਹ ਬ੍ਰਹਮ ਦਾ ਸ਼ੁਰੂ ਵੀ ਕੀਤਾ ਕਿ ਸਾਰੇ ਸ੍ਰਿਸ਼ਟੀ ਜੋ ਵੀ ਹੈ ਬ੍ਰਹਿਮੰਡ ਇਹ ਇੱਕ ਤੋਂ ਨਿਰਾਕਾਰ ਤੋਂ ਆਰੰਭ ਹੋਇਆ। ਸੋ ਇਹ ਜਿਹੜਾ ਸਵਾਲ ਆ ਕਿ ਅਵਤਾਰਾਂ ਦੇ ਵਿੱਚ ਫਰਕ ਫਰਕ ਹੈ। ਇੱਕ ਹੁੰਦਾ ਉਹਨਾਂ ਦੀ ਅਵਸਥਾ ਲੈਵਲ ਦਾ, ਜਿਵੇਂ ਸਤਿਗੁਰੂ ਸਭ ਤੋਂ ਉੱਚੇ ਆ, ਸਭ ਤੋਂ ਵੱਡੇ ਆ ਸਤਿਗੁਰੂ, ਅਤੇ ਫਿਰ ਹੁੰਦਾ ਆ ਜੋ ਸੁਭਾਅ ਆ ਉਹ ਪਹਿਲੇ ਅਵਤਾਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਫਰਕ ਹੁੰਦਾ ਹੈ। ਮਹਾਰਾਜ ਨੇ ਸਾਨੂੰ ਸਮਝਾਇਆ ਕਿ ਅਸੀਂ ਕੋਸ਼ਿਸ਼ ਕਰਨੀ ਆ ਇੱਥੇ ਕਿ ਅਸੀਂ ਇਸ ਨਾਮ ਨਾਲ ਜੁੜ ਕੇ ਅਸੀਂ ਵੀ ਉਸ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਈਏ। ਅਤੇ ਇਹ ਫਿਰ ਅਸੀਂ ਯਾਦ ਰੱਖਣਾ ਕਿ ਜੋ ਬ੍ਰਹਮ ਦਾ ਗਿਆਨ ਮਹਾਰਾਜ ਨੇ ਸਾਨੂੰ ਸਮਝਾਇਆ, ਜਿਵੇਂ ਕੱਲ੍ਹ ਗੁਰਮੁਖ ਵਿਚਾਰ ਕਰ ਰਹੇ ਸੀਗੇ YouTube 'ਤੇ, ਕਿ ਗੁਰੂ ਨਾਨਕ ਦੇਵ ਜੀ ਚਾਹੁੰਦੇ ਸੀ ਕਿ ਕੋਈ ਬ੍ਰਹਮ ਦਾ ਭੇਦ ਗਾਂ ਦੇ ਹੀ ਜਾਵੇ। ਇੱਦਾਂ ਹੀ ਅਸੀਂ ਵੀ ਕੋਸ਼ਿਸ਼ ਕਰਨੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ ਕਿ ਉਹ ਸਾਨੂੰ ਭੇਦ ਜੋ ਮਿਲਦਾ ਆ ਗੁਰਬਾਣੀ ਰਾਹੀਂ, ਜੋ ਅਸੀਂ ਫਿਰ ਪ੍ਰੈਕਟੀਕਲ ਕਰਦੇ ਹਾਂ, ਭਾਵੇਂ ਥੋੜ੍ਹਾ ਹੋਵੇ ਭਾਵੇਂ ਜ਼ਿਆਦਾ ਹੋਵੇ, ਅਸੀਂ ਵੱਧ ਤੋਂ ਵੱਧ ਦੂਜੇ ਨੂੰ ਵੀ ਦੱਸੀਏ ਕਿ ਉਹ ਵੀ ਇਸ ਮਾਰਗ 'ਤੇ ਚੱਲ ਕੇ ਸੁਖੀ ਹੋਣ। ਅਤੇ ਅਸੀਂ ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਸਤਿਗੁਰੂ ਸਭ ਤੋਂ ਵੱਡੇ ਆ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਉਹ ਸਾਡੀ ਰਾਖੀ ਕਰਨ ਵਾਲੇ ਆ। ਹੁਣ ਇੱਕ ਸਵਾਲ ਆਇਆ ਕਿ ਵਾਹਿਗੁਰੂ ਜੀ, I tried Simran the way I was told last week, doing longer and slowly, still have time sleeping while doing Simran. I can do 1 hour straight, still can't sleep. Oh, 3 hours straight ਕਹਿਣਾ ਹੋਣਾ। ਓਕੇ, ਸੋ ਇੱਦਾਂ ਆ, ਜੇ ਨੀਂਦ ਬਿਲਕੁਲ ਨਹੀਂ ਆਉਂਦੀ, ਇੱਕ ਵਿਧੀ ਹੈ, ਉਹਨੂੰ ਕੁੰਭ ਕਿਰਿਆ ਕਿਹਾ ਹੋਇਆ। ਕੁੰਭ ਕਿਰਿਆ ਜਿਹੜਾ ਤਰੀਕਾ ਆ ਉਹ ਹੈ ਕਿ ਤੁਸੀਂ ਆਪਣੇ ਬਾਡੀ ਨੂੰ ਰਿਲੈਕਸ ਕਰ ਲੈਣਾ, ਸਿੱਧੇ ਲੰਮੇ ਪੈ ਜਾਣਾ ਆ ਆਪਣੇ ਟੂਈ ਭਾਨੇ, ਅਤੇ ਜਦੋਂ ਤੁਸੀਂ ਸਾਹ ਲੈਣਾ ਆ ਉੱਥੇ ਫਿਰ ਸਾਹ 2 ਲੰਬੇ ਲੈ ਕੇ ਤੀਜੇ ਸਾਹ ਨੂੰ ਜਦੋਂ ਅੰਦਰ ਲੈ ਕੇ ਜਾਓਗੇ ਪਾਉਣ ਨੂੰ, ਅਤੇ ਪੇਟ ਨੂੰ ਪੂਰੀ ਤਰ੍ਹਾਂ ਫੈਲਾਉਣਾ ਕਿ ਐਨ ਭਰ ਜਾਏ ਪਾਉਣ ਦੇ ਨਾਲ।
ਫਿਰ ਹੌਲੀ ਹੌਲੀ ਛੱਡਣਾ। 2 ਸਾਲ ਲੈ ਕੇ ਇੱਦਾਂ, ਫਿਰ ਤੀਜੇ ਤੇ ਇੱਦਾਂ ਪੇਟ ਨੂੰ ਭਰ ਕੇ ਫਿਰ ਹੌਲੀ ਹੌਲੀ ਛੱਡਣਾ। ਇਹਦੇ ਨਾਲ ਤੁਹਾਡੀ ਜਿਹੜੀ ਬਾਡੀ ਆ ਉਹ ਰਿਲੈਕਸ ਹੋ ਜਾਣੀ ਆ। ਹੋਰ ਉਂਝ ਇਹਨੂੰ ਆਪਣੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਵਰਤਣਾ ਨਹੀਂ, ਸਿਰਫ ਇਹ ਸਾਹ ਇੱਦਾਂ ਲੈਣਾ ਹੈ। ਅਤੇ ਫਿਰ ਉਤੋਂ ਮਹਾਰਾਜ ਕਹਿੰਦੇ ਆ ਕੁੰਭਕ ਪਰਪੁਰ ਲੀਣਾ ਅਤੇ ਬਾਜੇ ਅਨਹਦ ਬੀਣਾ, ਕਿ ਅਨਹਦ ਆਵਾਜ਼, ਸ਼ਬਦਾਂ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਹੁਣ ਜੇਕਰ ਤੁਹਾਨੂੰ ਇਸ ਤਰੀਕੇ ਦੇ ਨਾਲ ਫਿਰ ਵੀ ਕੋਈ ਨੀਂਦ ਦੇ ਵਿੱਚ ਰੁਕਾਵਟ ਆਉਂਦੀ ਆ, ਨੀਂਦ ਨਹੀਂ ਆਉਂਦੀ, ਤਾਂ ਉਂਝ ਫਿਰ ਤੁਹਾਨੂੰ ਸਾਡਾ ਫ਼ੋਨ ਨੰਬਰ ਨੋਟ ਕਰ ਲਿਓ 780 710 4609। ਫਿਰ ਅਸੀਂ ਬੜੇ ਧਿਆਨ ਨਾਲ ਆਵਾਜ਼ ਕੇ ਜੋ ਤੁਹਾਨੂੰ ਸਮੱਸਿਆ ਆਉਂਦੀ ਹੈ ਸੁਣ ਵਿੱਚ ਜਾਣ ਦੀ, ਨੀਂਦ ਵਿੱਚ ਆਉਣ ਦੀ, ਉਹ ਫਿਰ ਤੁਹਾਡੇ ਨਾਲ ਧਿਆਨ ਨਾਲ ਗੱਲ ਕਰ ਸਕਦੇ। ਕਿਉਂਕਿ ਹੁਣ ਕਈ ਵਾਰ ਕੀ ਹੁੰਦਾ, ਕੋਈ ਗੁਰਮੁਖ ਕਿਸੇ ਕਾਰਨ ਕਰਕੇ ਪਰੇਸ਼ਾਨ ਹੁੰਦੇ ਆ, ਜਾਂ ਕਈ ਹੁੰਦੇ ਆ ਕਿ ਉਹਨਾਂ ਨੂੰ ਨੀਂਦ ਕਿਸੇ ਪ੍ਰੋਬਲਮ ਕਾਰਨ ਨਹੀਂ ਆ ਰਹੀ। ਸੋ ਉਹ ਫਿਰ ਅਸੀਂ ਉਸ ਦੇ ਨਾਲ ਡੀਲ ਕਰ ਸਕਦੇ ਹਾਂ ਔਨ ਦ ਸਾਈਡ। ਕਿ ਉਂਝ ਜੇ ਤੁਸੀਂ ਗੁਰਮੰਤਰ ਸਾਸ ਗ੍ਰਾਸ ਸਿਮਰਨ ਕਰਦੇ ਆ ਲੰਬੀ ਆਵਾਜ਼ ਕਰਕੇ ਗਿਰ ਗਿਰ, ਇਹਦਾ ਨੀਂਦ ਆ ਜਾਣੀ ਚਾਹੀਦੀ ਆ। ਉਹ ਸਿਰਫ ਇਹ ਹੈ ਕਿ ਇਹ ਵੀ ਤੁਹਾਨੂੰ ਦੇਖਣਾ ਪੈਣਾ ਕਿ ਤੁਸੀਂ ਕਿਸ ਪੋਜੀਸ਼ਨ ਦੇ ਵਿੱਚ ਪਏ ਹੁੰਦੇ ਆ। ਕਈ ਵਾਰੀ ਸਿੱਧੇ ਇੱਦਾਂ ਜਦੋਂ ਅਭਿਆਸ ਕਰਦੇ ਆ ਸਿੱਧਾ ਲੇਟ ਕੇ ਤੇ ਨਹੀਂ ਇਹਦਾ ਨੀਂਦ ਆਉਂਦੀ, ਅਤੇ ਕਈ ਵਾਰੀ ਬੱਖ 'ਤੇ ਪੈਣਾ ਪੈਂਦਾ। ਹੁਣ ਇਹ ਤੁਹਾਡੇ ਹੁਣ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਆ। ਉਹ ਫਿਰ ਸਾਨੂੰ ਤੁਸੀਂ ਫੋਨ ਕਰਕੇ ਡਿਟੇਲਸ ਦੇ ਦਿਓ, ਫਿਰ ਅਸੀਂ ਮਹਾਰਾਜ ਕਿਰਪਾ ਕਰਨ ਹੈਲਪ ਕਰ ਸਕਦੇ ਹਾਂ। ਹਾਂਜੀ ਸੁਖਿੰਦਰ ਕੌਰ। ਦੂਜਾ ਹੈ ਕਿ ਜਦੋਂ ਹੁਣ ਆਪਾਂ ਅਭਿਆਸ ਕਰਦੇ ਹਾਂ ਨਾ, ਸਿਮਰਨ ਕਰਦੇ ਹਾਂ, ਤਾਂ ਕਈਆਂ ਦਾ ਸਵਾਲ ਹੁੰਦਾ ਕਿ ਗੁਰਬਾਣੀ ਪੜ੍ਹਨੀ ਚਾਹੀਦੀ ਆ ਕਿ ਸਿਮਰਨ ਕਰਨਾ ਚਾਹੀਦਾ। ਕਈ ਕਹਿੰਦੇ ਕਿ ਗੁਰਬਾਣੀ ਪੜ੍ਹੋ, ਸਿਮਰਨ ਜ਼ਰੂਰੀ ਨਹੀਂ। ਕਈ ਕਹਿੰਦੇ ਸਿਮਰਨ ਕਰੋ, ਗੁਰਬਾਣੀ ਪੜ੍ਹਨੀ ਜ਼ਰੂਰੀ ਨਹੀਂ। ਸੋ ਗੁਰਬਾਣੀ ਰਾਹੀਂ ਭੇਦ ਆਪਾਂ ਲੈਣਾ ਆ ਕਿ ਸਿਮਰਨ ਕਰਨਾ ਜ਼ਰੂਰੀ, ਕਿ ਗੁਰਬਾਣੀ ਪੜ੍ਹਨੀ ਜ਼ਰੂਰੀ, ਕਿ ਗੁਰਬਾਣੀ ਵੀ ਪੜ੍ਹਨੀ ਅਤੇ ਸਿਮਰਨ ਵੀ ਕਰਨਾ। ਸੋ ਇਹ ਸਵਾਲ ਵੀ ਕਾਫੀ ਗੁਰਮੁਖ ਪੁੱਛਦੇ ਆ। ਕਈ ਕਹਿ ਦਿੰਦੇ ਆ ਕਿ ਪ੍ਰੈਕਟੀਕਲੀ ਕਰਨ ਦੀ ਜ਼ਰੂਰਤ ਆ ਅਤੇ ਉਹ ਫਿਰ ਗੁਰਬਾਣੀ ਨਹੀਂ ਪੜ੍ਹਦੇ। ਹੁਣ ਮਹਾਰਾਜ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ ਹੋਇਆ ਕਿ ਇਹ ਮਰਿਆਦਾ ਆ ਗੁਰੂ ਸਾਹਿਬ ਨੇ ਬੰਨੀ ਹੋਈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਕਿ ਸਭ ਤੋਂ ਪਹਿਲਾਂ ਸਾਡੀ ਡਿਊਟੀ ਆ ਇੱਕ ਗੁਰਸਿੱਖ ਦੇ ਨਾਤੇ ਕਿ ਅਸੀਂ ਹਰੀ ਦਾ ਨਾਮ ਧਿਆਉਣਾ ਆ। ਜਦੋਂ ਅਸੀਂ ਉੱਠਣ ਸਾਰ ਇਸ ਲੋਕ ਦੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਸਾਡਾ ਜਿਹੜਾ ਮਨ ਇੱਧਰ ਆ ਜਾਂਦਾ ਇੱਧਰਲੇ ਪਾਸੇ। ਫਿਰ ਮਹਾਰਾਜ ਕਹਿੰਦੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਕਿ ਉਦਮ ਕਰਕੇ ਅਸੀਂ ਪ੍ਰਭਾਤ ਦੇ ਸਮੇਂ ਇੱਦਾਂ ਆਪਣੇ ਮਨ ਨੂੰ ਜਾਗਤ ਅਵਸਥਾ ਦੇ ਵਿੱਚ ਲਿਆ ਕੇ ਅਸੀਂ ਕੋਸ਼ਿਸ਼ ਕਰਨੀ ਹੈ ਨਾਮ ਨਾਲ ਜੋੜ ਕੇ ਇਹਦਾ ਇਸ਼ਨਾਨ ਕਰਨਾ। ਅੰਮ੍ਰਿਤਸਰ ਹੁਣ ਰੋਜ਼ ਤਾਂ ਕੋਈ ਜਾ ਨਹੀਂ ਸਕਦਾ ਕਿਉਂਕਿ ਅੰਮ੍ਰਿਤਸਰ ਦੂਰ ਹੈ। ਹੁਣ ਖਾਸ ਕਰਕੇ ਅਸੀਂ ਤਾਂ ਕੈਨੇਡਾ ਦੇ ਵਿੱਚ ਬੈਠੇ ਹਾਂ। ਅੰਮ੍ਰਿਤਸਰ ਉਹ ਜਗ੍ਹਾ ਆ ਜਿੱਥੇ ਜਾ ਕੇ ਸਾਡੇ ਮਨ ਨੇ ਇਸ਼ਨਾਨ ਕਰਨਾ। ਜਿਹਨੂੰ ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਉਹ ਤੀਰਥ ਹੈਗਾ ਸਾਡੇ ਅੰਦਰ। ਕਿ ਤੀਰਥ ਜਿਹੜਾ ਨਾਮ ਆ ਅੰਤਰਗਤ ਤੀਰਥ ਮਲ ਨਹਾਓ, ਕਿ ਅੰਤਰਗਤ ਤੁਸੀਂ ਉਸ ਤੀਰਥ 'ਤੇ ਇਸ਼ਨਾਨ ਕਰੋ। ਜਦੋਂ ਨਾਮ ਨਾਲ ਸਾਡੀ ਸੁਰਤੀ ਜੁੜਦੀ ਹੈ ਸਾਨੂੰ ਫਿਰ ਅੰਦਰੋਂ ਪ੍ਰਾਪਤ ਹੁੰਦਾ ਆ ਅੰਮ੍ਰਿਤ ਰਸ, ਬ੍ਰਹਮ ਰਸ। ਉਸ ਰਸ ਦੇ ਵਿੱਚ ਸਾਡਾ ਜਿਹੜਾ ਮਨ ਆ ਭਿੱਜਦਾ ਆ ਅਤੇ ਇਹਦਾ ਇਸ਼ਨਾਨ ਹੁੰਦਾ ਆ। ਇਹ ਉਹਦੀ ਖੁਰਾਕ ਆ। ਫਿਰ ਮਹਾਰਾਜ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ। ਜਿੰਨੇ ਸਾਡੇ ਪਾਪ ਆ ਦੁੱਖ ਨੇ, ਅਤੇ ਮਹਾਰਾਜ ਕਹਿੰਦੇ ਜਦੋਂ ਅਸੀਂ ਉਪਦੇਸ਼ ਮੁਤਾਬਕ ਗੁਰੂ ਦਾ ਜਾਪ ਜਪਦੇ ਹਾਂ ਅਤੇ ਇਹ ਸਾਰੇ ਲਿਥ ਜਾਂਦੇ ਆ। ਹੁਣ ਉਪਦੇਸ਼ ਦਾ ਤਾਂ ਪਤਾ ਹੀ ਨਹੀਂ ਲੱਗ ਸਕਦਾ ਜਿੰਨਾ ਚਿਰ ਤੱਕ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ। ਸਾਰੀ ਗੁਰਬਾਣੀ ਸਾਡੇ ਲਈ ਗੁਰੂ ਦਾ ਉਪਦੇਸ਼ ਆ। ਮਹਾਰਾਜ ਫਰਮਾਉਂਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਕਿ ਜਦੋਂ ਦਿਨ ਚੜ੍ਹਦਾ ਆ ਗੁਰਬਾਣੀ ਫਿਰ ਗੁਰਮੁਖ ਨੇ ਗਾਉਣੀ ਹੁੰਦੀ ਆ ਅਤੇ ਬਹਿੰਦੇ ਉੱਠਦੇ ਫਿਰ ਉਸੇ ਨਾਮ ਨੂੰ ਧਿਆਈ ਜਾਣਾ। ਇਹ ਗੁਰਮੁਖ ਦਾ ਜੀਵਨ ਆ। ਸੋ ਦੋਨੋਂ ਬਾਣੀ ਪੜ੍ਹਨੀ ਵੀ ਜ਼ਰੂਰੀ ਆ ਅਤੇ ਸਿਮਰਨ ਕਰਨਾ ਵੀ ਜ਼ਰੂਰੀ ਆ। ਮਹਾਰਾਜ ਨੇ ਪੰਜ ਪਿਆਰੇ ਵੀ ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਆ, ਖੰਡੇ ਬਾਟੇ ਦੀ ਪੌਲ ਲੈਂਦੇ ਆ, ਅਤੇ ਪੰਜ ਪਿਆਰੇ ਵੀ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਗੁਰਬਾਣੀ ਪੜ੍ਹਨੀ ਆ। ਉਹਦੇ ਨਾਲ ਫਿਰ ਸਾਡਾ ਰੋਜ਼ ਦਾ ਰੋਜ਼ ਮਨ ਦਾ ਪ੍ਰੈਕਟਿਸ ਹੁੰਦੀ ਆ ਕਿ ਇਹਨੂੰ ਇੱਕ ਤਾਂ ਉਪਦੇਸ਼ ਮਿਲਦਾ ਆ,
ਇੱਕ ਫਿਰ ਪ੍ਰੈਕਟੀਕਲ ਤੌਰ ਤੇ ਜਦੋਂ ਉੱਤੇ ਚੱਲਦਾ ਆ ਕਿ ਜੋ ਮਹਾਰਾਜ ਨੇ ਉਪਦੇਸ਼ ਦਿੱਤਾ ਹੋਇਆ ਉਸ ਮੁਤਾਬਕ ਅਭਿਆਸ ਕਰਦਾ, ਫਿਰ ਰੋਜ਼ ਦਾ ਰੋਜ਼ ਇਹਦਾ ਜੀਵਨ ਜਿਹੜਾ ਆ, ਇਹਦਾ ਧਿਆਨ ਜੀਵਨ ਦੇ ਵਿੱਚ ਕਹੀਏ ਕਿ ਇੱਧਰਲੇ ਪਾਸੇ ਲੱਗਾ ਰਹਿੰਦਾ ਹੈ। ਹੁਣ ਮਹਾਰਾਜ ਨੇ ਤਾਂ ਸਾਨੂੰ ਸਮਝਾ ਦਿੱਤਾ ਕਿ ਇਹ ਤਾਂ ਹੈ ਕਿ ਅਸੀਂ ਗੁਰਬਾਣੀ ਪੜ੍ਹਨੀ ਆ, ਸੁਣਨੀ ਆ, ਇਹਨੂੰ ਕਮਾਉਣਾ ਆ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ, ਕਿ ਇਹਨੂੰ ਗਾਉਣਾ ਵੀ ਆ, ਸੁਣਨਾ ਵੀ ਆ, ਤੇ ਫਿਰ ਗਾ ਕੇ ਸੁਣ ਕੇ ਇਹਨੂੰ ਕਮਾਉਣਾ ਆ, ਫਿਰ ਅਸੀਂ ਨਿਹਾਲ ਹੋ ਜਾਵਾਂਗੇ। ਇਹ ਭਗਤੀ ਦਾ ਭੰਡਾਰਾ ਆ। ਹੁਣ ਮਹਾਰਾਜ ਦੱਸਦੇ ਨੇ, ਆਇਓ ਸੁਣਨ ਪੜਨ ਕੋ ਬਾਣੀ, ਕਿ ਅਸੀਂ ਆਏ ਹੀ ਸੰਸਾਰ ਦੇ ਵਿੱਚ ਇਸ ਲਈ ਆ ਕਿ ਅਸੀਂ ਸੁਣੀਏ ਤੇ ਪੜ੍ਹੀਏ ਉਸ ਗੁਰਬਾਣੀ ਨੂੰ। ਮਹਾਰਾਜ ਕਹਿੰਦੇ ਨਾਮ ਵਿਸਾਰ ਲਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ, ਕਿ ਜਦੋਂ ਅਸੀਂ ਨਾਮ ਨੂੰ ਭੁੱਲ ਜਾਂਦੇ ਆ, ਹੋਰ ਲਾਲਚਾਂ ਵਿੱਚ ਸੰਸਾਰ ਵਿੱਚ ਪੈ ਜਾਂਦੇ ਆ, ਤੇ ਸਾਡਾ ਜਨਮ ਜਿਹੜਾ ਵਿਅਰਥ ਚਲਿਆ ਜਾਂਦਾ ਹੈ। ਹੁਣ ਜੇਕਰ ਅਸੀਂ ਬਾਣੀ ਸੁਣਦੇ ਆ, ਪੜ੍ਹਦੇ ਆ, ਕਮਾਉਂਦੇ ਆ, ਉਸ ਨਾਮ ਨੂੰ ਜਿਸ ਨੂੰ ਅਸੀਂ ਵਿਸਾਰਿਆ ਹੋਇਆ, ਫਿਰ ਅਸੀਂ ਮਿਹਨਤ ਕਰਾਂਗੇ ਉਹਦੇ ਨਾਲ ਜੁੜਨ ਦੇ। ਜੇ ਅਸੀਂ ਸੁਣਿਆ ਹੀ ਨਹੀਂ ਜੋ ਉਪਦੇਸ਼ ਆ ਮਹਾਰਾਜ ਦਾ, ਤੇ ਫਿਰ ਸਾਨੂੰ ਇਹ ਰਸਤਾ ਤੈਅ ਕਰਨਾ ਬੜਾ ਹੀ ਮੁਸ਼ਕਿਲ ਆ, ਕਿਉਂਕਿ ਗਾਈਡੈਂਸ ਸਾਰੀ ਗੁਰਬਾਣੀ ਰਾਹੀਂ ਸਾਨੂੰ ਮਿਲਣੀ ਆ। ਤੇ ਦੂਜਾ ਇਹ ਕਿ ਗੁਰਬਾਣੀ ਵਿੱਚ ਹੈ ਸ਼ਕਤੀ। ਕਈ ਪੀਪਲ ਇਸ ਗੱਲ ਨੂੰ ਰੀਅਲਾਈਜ਼ ਨਹੀਂ ਕਰਦੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਅਫੁਰ ਹੋ ਕੇ ਜਦੋਂ ਪੜ੍ਹਦੇ ਹਾਂ, ਇੱਕ ਤਾਂ ਸਾਡੇ ਸਵਾਸ ਜਮ੍ਹਾਂ ਹੁੰਦੇ ਆ, ਉਸ ਜਮ੍ਹਾਂ ਕੀਤੇ ਹੋਏ ਸਵਾਸਾਂ ਬਦੌਲਤ ਹੀ ਸਾਨੂੰ ਨਾਮ ਦੀ ਦਾਤ ਮਿਲਣੀ ਆ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ 'ਚ ਹੁੰਦੀ ਸ਼ਕਤੀ, ਸਾਡੇ ਕਾਰਜ ਵੀ ਸਿੱਧ ਹੁੰਦੇ ਆ। ਪਰ ਇਹ ਚੇਤੇ ਰੱਖਣਾ ਹੈ ਨਾਲ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਭ ਤੋਂ ਵੱਡਾ ਜਿਹੜਾ ਕਾਰਜ ਉਹ ਹੈ ਕਿ ਅਸੀਂ ਨਾਮ ਨਾਲ ਜੁੜ ਕੇ, ਨਾਮ ਵਿੱਚ ਸਮਾ ਕੇ ਹਰੀ ਨਾਲ ਮਿਲਾਪ ਕਰੀਏ। ਸੋ ਦੋਨੋਂ ਹੀ ਜ਼ਰੂਰੀ ਹਨ। ਜੇਕਰ ਅਸੀਂ ਫਿਰ ਕਹਿੰਦੇ ਹਾਂ ਕਿ ਗੁਰਬਾਣੀ ਹੀ ਪੜ੍ਹਨੀ ਹੈ, ਕਿ ਕਹਿ ਦਿੰਦੇ ਗੁਰਬਾਣੀ ਭਗਤੀ ਆ, ਕਿ ਹੋਰ ਤੁਸੀਂ ਕਿਉਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ, ਤੇ ਫਿਰ ਉਹਨਾਂ ਨੂੰ ਧਿਆਨ ਨਾਲ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਸਮਝਾਇਆ ਹੋਇਆ ਕਿ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਹਰੀ ਦਾ ਨਾਮ ਜਪੋ, ਹਰ ਹਰ ਕਰੋ, ਰਾਮ ਰਾਮ ਜਪੋ। ਉਹ ਵਾਰ-ਵਾਰ ਸਾਨੂੰ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ, ਨਾਮ ਜਪੋ, ਗੁਰਮੰਤਰ ਦੀ ਆਰਾਧਨਾ ਕਰੋ, ਗੁਰਮੰਤਰ ਨੂੰ ਦ੍ਰਿੜ ਕਰੋ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਉਹ ਫਿਰ ਗੁਰਬਾਣੀ ਦੇ ਵਿੱਚ ਹੀ ਸਾਨੂੰ ਸਮਝਾਇਆ ਹੋਇਆ। ਉੱਥੇ ਫਿਰ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਜਿਹੜੇ ਗੁਰਸਿੱਖ ਜਾਣੇ ਆ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਕਿ ਗਾਇਆ ਤੇ ਸੁਣਿਆ ਉਹਨਾਂ ਦਾ ਫਿਰ ਪ੍ਰਵਾਨ ਹੋਣਾ ਆ, ਜਿਨ੍ਹਾਂ ਨੇ ਨਾਲ ਪ੍ਰੈਕਟੀਕਲ ਵੀ ਕੀਤਾ, ਅਰਥਾਤ ਕਿ ਮਹਾਰਾਜ ਦੀ ਗੱਲ ਮੰਨੀ। ਤੇ ਗੱਲ ਮੰਨਣ ਦਾ ਇਹੀ ਹੈ ਕਿ ਉਹਨਾਂ ਦਾ ਹੁਕਮ ਮੰਨਣਾ, ਤਾਂ ਹੁਕਮ ਸਾਰਿਆਂ ਲਈ ਇੱਕ ਹੀ ਉਹ ਨਾਮ ਆ। ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਨੂੰ ਸਮਝਾਇਆ ਹੋਇਆ। ਇੱਧਰ ਸਵਾਲ ਇੱਕ ਆਇਆ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜ ਦੂਤਾਂ ਨੂੰ ਮੂਸੇ ਕਿਹਾ ਗਿਆ ਗੁਰਬਾਣੀ ਵਿੱਚ, ਇਹਦੇ ਬਾਰੇ ਐਕਸਪਲੇਨ ਕਰਿਓ। ਸੋ ਮੂਸੇ ਕਿਹਾ ਹੈ ਕਿਉਂਕਿ ਇਹ ਚੋਰ ਆ, ਇਹ ਚੋਰਾਂ ਨੂੰ ਕਿਹਾ ਹੋਇਆ, ਮੂਸੇ ਚੁਰਾਉਂਦੇ ਆ ਸਾਡੀ ਖੁਰਾਕ, ਜਿਹਨੂੰ ਮਹਾਰਾਜ ਕਹਿੰਦੇ ਆ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਕਿ ਮਨਮੁਖ ਜਿਹੜਾ ਹੈ ਉਹ ਬੁੱਝਦਾ ਨਹੀਂ ਇਸ ਗੱਲ ਨੂੰ ਕਿ ਇਸ ਦੇਹੀ ਦੇ ਵਿੱਚ ਪੰਜ ਚੋਰ ਆ। ਇਹਨਾਂ ਨੂੰ ਮੂਸੇ ਕਿਹਾ ਹੋਇਆ ਕਿਉਂਕਿ ਇਹ ਚੋਰੀ ਕਰਦੇ ਆ। ਚੋਰ ਨੂੰ ਕਿਹਾ ਹੋਇਆ ਹੈ, ਮਹਾਰਾਜ ਕਹਿੰਦੇ ਗਰਭ ਮੂਸੈ ਕਰ ਚੋਰ ਕਿਸ ਰੁਆਈਐ, ਕਿ ਇਹ ਚੋਰੀ ਕਰਦੇ ਆ, ਚੋਰ ਜਿਹੜੇ ਆ, ਤੇ ਕਿਸ ਨੂੰ ਅਸੀਂ ਰੋ ਕੇ ਸੁਣਾਈਏ। ਤੇ ਮਨਮੁਖ ਨੂੰ ਤਾਂ ਭੇਦ ਨਹੀਂ ਮਿਲਦਾ ਕਿ ਚੋਰੀ ਹੋ ਗਈ। ਹੁਣ ਜਿਵੇਂ ਕਿਸੇ ਘਰ ਦੇ ਵਿੱਚ ਚੋਰ ਵੜ ਜਾਏ ਤੇ ਘਰ ਵਾਲੇ ਮੈਂਬਰ ਸਾਰੇ ਸੁੱਤੇ ਆ, ਜਦੋਂ ਜਾਗਣਗੇ ਉਦੋਂ ਹੀ ਪਤਾ ਲੱਗੂਗਾ ਕਿ ਫਲਾਨੀ ਵਸਤੂ ਮਿਸ ਹੋ ਗਈ, ਭਾਈ ਫਲਾਨੀ ਚੀਜ਼ ਕੋਈ ਲੈ ਗਿਆ ਉਠਾ ਕੇ। ਹੁਣ ਅਸੀਂ ਜਨਮ ਤੋਂ ਲੈ ਕੇ ਮੌਤ ਤਾਈਂ ਜੇ ਅਸੀਂ ਸੁੱਤੇ ਹੀ ਰਹੇ, ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਕਿ ਅੰਮ੍ਰਿਤ ਦੀ ਖੁਰਾਕ ਸਾਡੇ ਅੰਦਰ ਰੱਖੀ ਹੋਈ ਹੈ ਤੇ ਚੋਰੀ ਕਰਦੇ ਸੀਗੇ, ਤਾਂ ਸਾਡਾ ਮਨ ਕਮਜ਼ੋਰ ਹੋਇਆ ਸੀਗਾ।
ਇਹਨਾਂ ਨੇ ਤਾਂ ਸਾਨੂੰ ਸਮਾਂ ਧਿਆਨ ਪਾਸੇ ਕਰਾ ਕੇ ਇਹਨਾਂ ਚੋਰਾਂ ਨੇ ਇਹਨਾਂ ਨੇ ਸਾਡੇ ਨਾਲ ਸਾਜ਼ਿਸ਼ ਕੀਤੀ ਹੋਈ ਆ ਕਿ ਸਾਡਾ ਧਿਆਨ ਹੀ ਤਬਦੀਲ ਕਰ ਦਿੱਤਾ ਮਾਇਆ ਦੇ ਵੱਲ ਨੂੰ। ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੀ ਰਹਿੰਦਾ ਹੈ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਹਾਂ, ਫਿਰ ਮਹਾਰਾਜ ਸਾਨੂੰ ਸਮਝਾਉਂਦੇ ਤੁਹਾਡੇ ਵਿੱਚ ਅੰਮ੍ਰਿਤ ਦੀ ਖੁਰਾਕ ਰੱਖੀ ਹੋਈ ਆ। ਇਹ ਚੋਰ ਜਿਹੜੇ ਆ ਇਹਨੂੰ ਪੈ ਗਏ ਆ ਤੇ ਲੁੱਟੀ ਜਾਂਦੇ ਆ। ਜਾਗੋ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਿ ਜਨਮ ਗਵਾਇਓ, ਚੋਰ ਮੁੱਸੇ ਕਰ ਜਾਏ। ਇਹ ਮੁੱਸੇ ਤਾਂ ਕਿਹਾ ਕਿ ਇਹ ਚੋਰੀ ਕਰਦੇ, ਤਾਂ ਇਹ ਮੁੱਸੇ ਲਫ਼ਜ਼ ਇਹਨਾਂ ਲਈ ਚੋਰਾਂ ਲਈ ਵਰਤਿਆ ਗਿਆ ਹੈ। ਤੇ ਮਹਾਰਾਜ ਕਹਿੰਦੇ ਇਹ ਤਾਂ ਮਨਮੁਖ ਦੀ ਗੱਲ ਹੋਈ ਨਾ ਕਿ ਮਨਮੁਖ ਸੁੱਤਾ ਰਹਿੰਦਾ ਹੈ। ਫਿਰ ਕਹਿੰਦੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨਾ ਉਹ ਜਾਗਤ ਅਵਸਥਾ ਦੇ ਵਿੱਚ ਹੁੰਦੇ ਆ। ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ, ਉਹ ਹਰੀ ਦੇ ਨਾਮ ਨਾਲ ਜੁੜੇ ਹੁੰਦੇ ਆ ਤੇ ਉਹ ਫਿਰ ਜਾਗਤ ਅਵਸਥਾ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਨੇੜੇ ਚੋਰ ਆ ਹੀ ਨਹੀਂ ਸਕਦੇ। ਹੁਣ ਤੁਸੀਂ ਵੀ ਇੱਕ ਵਿਧੀ ਅਪਣਾ ਸਕਦੇ ਆ, ਇੱਕ ਵਿਧੀ, ਕਿਉਂਕਿ ਅਸੀਂ ਗੁਰਬਾਣੀ ਰਾਹੀਂ ਸਿੱਖਿਆ ਲੈ ਰਹੇ ਹਾਂ। ਸਾਨੂੰ ਪਤਾ ਹੈ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਕਿ ਪੰਜ ਦੂਤ ਚਿਤਵੇ ਵਿਕਾਰਾ ਮਾਇਆ ਮੋਹ ਕਾ ਇਹ ਪਸਾਰਾ, ਕਿ ਮਾਇਆ ਦੇ ਨਾਲ ਅਸੀਂ ਮੋਹ ਪਾ ਲਿਆ ਤਾਂ ਇਹਨਾਂ ਨੇ ਵਿਚਾਰਾਂ ਦਾ ਪਸਾਰਾ ਖੜਾ ਕੀਤਾ ਹੋਇਆ। ਤੇ ਜਿਹੜੇ ਚੋਰ ਆ, ਚੋਰ ਨੇ ਹਮੇਸ਼ਾ ਹੀ ਸ਼ੈਤਾਨੀ ਕੋਈ ਖੇਡਣੀ ਹੁੰਦੀ ਆ। ਚੋਰ ਨੇ ਹਮੇਸ਼ਾ ਹੀ ਸਾਡਾ ਧਿਆਨ ਬਦਲ ਕੇ ਫਿਰ ਆਪਣਾ ਕਰਮ ਕਰਨਾ ਹੁੰਦਾ, ਕੋਈ ਕਰਮ ਜਿਹੜਾ ਆ ਚੋਰੀ ਦਾ। ਤੇ ਇਹੀ ਪੰਜ ਚੋਰ ਕੀ ਕਰਦੇ, ਸਾਡੀ ਅਟੈਂਸ਼ਨ ਡਾਇਵਰਟ ਕਰ ਦਿੰਦੇ ਆ ਫੁਰਨਿਆਂ ਦੇ ਵਿੱਚ। ਚੱਲਣ ਲੱਗ ਪੈਂਦੀ ਆ ਰੀਲ ਫੁਰਨਿਆਂ ਦੀ, ਤੇ ਫਿਰ ਕੀ ਹੁੰਦਾ ਹੈ ਕਿ ਪਿੱਛੇ ਹੁੰਦੇ ਰਹੀ ਸਾਡੀ ਖੁਰਾਕ ਜਿਹੜੀ ਚੋਰੀ ਕਰੀ ਜਾਂਦੇ ਆ। ਹੁਣ ਜੁਗਤੀ ਕੀ ਹੋਈ? ਫਿਰ ਜੁਗਤੀ ਇਹ ਹੋਈ ਕਿ ਤੁਸੀਂ ਆਪਣੇ ਮਨ ਨੂੰ ਪਹਿਰੇਦਾਰ ਲਾ ਲਓ, ਇਹ ਪੰਜ ਦੂਤ ਵਿਚਾਰ ਕਿਹੜੀ ਲੈ ਕੇ ਆ ਰਿਹਾ ਹੈ। ਜਦੋਂ ਇੱਦਾਂ ਤੁਸੀਂ ਅੰਤਰਗਤ ਦੇਖਣ ਲੱਗ ਪਏ ਕਿ ਮੈਨੂੰ ਵਿਚਾਰ ਕਿਹੜੀ ਆਉਂਦੀ ਹੈ, ਉਸੇ ਵੇਲੇ ਜਿਹੜੇ ਫੁਰਨੇ ਆ ਸਲੋ ਹੋ ਜਾਣੇ, ਅਬਲ ਤਾਂ ਡੈਡੀ ਹੋ ਜਾਣੇ ਆ, ਫੁਰਨੇ ਬੰਦ ਹੋ ਜਾਣੇ। ਕਿਉਂਕਿ ਇਹਨਾਂ ਚੋਰਾਂ ਨੂੰ ਪਤਾ ਆ ਕਿ ਇਹ ਜਿਹੜਾ ਆ ਇਹ ਸਾਨੂੰ ਵੇਖ ਰਿਹਾ ਆ, ਫੁਰਨਾ ਹੁਣ ਲੈਣਾ ਨਹੀਂ ਕੋਈ। ਕਿਉਂਕਿ ਇਹ ਸਾਨੂੰ ਅੰਦਰੋਂ ਸਮਝਾਉਂਦਾ ਕਿ ਇਹ ਫੁਰਨੇ ਤੇਰੇ ਆ, ਪਰ ਅਸਲ ਵਿੱਚ ਲੈਂਦੇ ਇਹ ਆ। ਤੇ ਸਾਨੂੰ ਜਦੋਂ ਭੁਲੇਖਾ ਹੁੰਦਾ, ਅਸੀਂ ਸੋਚਦੇ ਕਿ ਸਾਡੇ ਫੁਰਨੇ ਆ, ਅਸੀਂ ਪਿੱਛੇ ਲੱਗ ਜਾਂਦੇ ਆ, ਭਾਵਨਾ ਦੇ ਵਿੱਚ ਆ ਜਾਂਦੇ ਆ, ਵੱਖ-ਵੱਖ ਸਾਡੇ ਅੰਦਰ ਇਮੋਸ਼ਨਸ ਆ ਜਾਂਦੇ ਆ। ਜਦੋਂ ਅਸੀਂ ਪਹਿਰੇਦਾਰ ਵਾਂਗ ਇੱਦਾਂ ਆਪਣੇ ਮਨ ਨੂੰ ਸੁਚੇਤ ਕਰ ਲਿਆ, ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰਾ, ਤੇ ਇਹ ਫਿਰ ਪੰਜ ਚੋਰ ਚਲਾਕੀ ਨਹੀਂ ਵਰਤ ਸਕਦੇ ਅੰਦਰੋਂ। ਇਹਨਾਂ ਨੇ ਫਿਰ ਕੀ ਕਰਨਾ ਹੁੰਦਾ, ਤੁਹਾਡੇ ਫੁਰਨੇ ਬਣਾਉਣੇ ਬਾਹਰੋਂ। ਦੂਜੇ ਦੇ ਵਿੱਚ ਵੀ ਪੰਜ ਚੋਰ ਆ, ਉਹਨਾਂ ਦੇ ਰਾਹੀਂ ਫਿਰ ਉਹਨਾਂ ਨੇ ਤੁਹਾਨੂੰ ਕੋਈ ਸ਼ਬਦ ਦੀ ਚੋਟ ਮਾਰਨੀ ਹੁੰਦੀ। ਤੁਸੀਂ ਉੱਥੇ ਵੀ ਪਹਿਰਾ ਦੇਣਾ ਹੈ ਕਿ ਅੱਛਾ ਇਹ ਮੈਨੂੰ ਅੰਦਰੋਂ ਨਹੀਂ ਤੰਗ ਕਰ ਸਕੇ, ਹੁਣ ਮੈਨੂੰ ਬਾਹਰੋਂ ਕੋਸ਼ਿਸ਼ ਕਰਦੇ ਆ। ਦੇਖ ਲਓ, ਇਹ ਇੱਕ ਜੁਗਤੀ ਆ। ਜੇ ਤੁਸੀਂ ਪਹਿਰੇਦਾਰੀ ਕਰੋਗੇ ਆਪਣੇ ਘਰ ਦੀ, ਇਸ ਸਰੀਰ ਦੀ, ਇਹ ਚੋਰ ਸਹਿਜੇ ਕੀਤੇ ਤੁਹਾਨੂੰ ਲੁੱਟ ਨਹੀਂ ਸਕਦੇ। ਹਾਂਜੀ, ਇਹੀ ਕੋਸ਼ਿਸ਼ ਕਰਨੀ ਆਪਾਂ ਕਿ ਜਦੋਂ ਸਿਮਰਨ ਕਰਦੇ ਹਾਂ ਅੰਦਰ ਵਸਾਉਣਾ, ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਉਸ ਨੂੰ ਵੀ ਅੰਦਰ ਵਸਾਉਣਾ। ਇੱਕ ਹੁੰਦਾ ਹੈ ਕਿ ਅਸੀਂ ਵਿਚਾਰ ਕੀਤੀ ਕਿ ਪੰਜ ਚੋਰ ਆ, ਇਹ ਲੁੱਟਦੇ ਆ ਸਵਾਸਾਂ ਦਾ ਧਨ, ਇਹ ਵਿਚਾਰ ਹੋ ਗਈ। ਪਰ ਜਦੋਂ ਇਹ ਪੰਜ ਚੋਰ ਸਵਾਸਾਂ ਦਾ ਧਨ ਲੁੱਟਦੇ ਆ, ਅਸੀਂ ਦੇਖਣਾ ਹੈ ਕਿ ਜੇ ਅਸੀਂ ਬਚਾਅ ਕਿਵੇਂ ਕਰਨਾ ਗੁਰਬਾਣੀ ਦੁਆਰਾ। ਜੇ ਗੁਰਬਾਣੀ 'ਚ ਆਪਾਂ ਨੂੰ ਦੱਸਿਆ ਹੈ ਕਿ ਗੁਰਬਾਣੀ ਪੜ੍ਹਨੀ, ਸੁਣਨੀ ਅਤੇ ਉਹਨੂੰ ਕਮਾਉਣਾ। ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਅਤੇ ਫਿਰ ਸਾਨੂੰ ਕਮਾਈ ਦੱਸੀ ਆ, ਜਿਹੜੇ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ। ਮਹਾਰਾਜ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਕਿ ਪ੍ਰਮਾਤਮਾ ਸਦੀਵੀ ਆ, ਸਾਨੂੰ ਦੇਖਦੇ ਵੀ ਆ, ਸੁਣਦੇ ਵੀ ਆ। ਸਾਡਾ ਮਨ ਉਸ ਪ੍ਰਮਾਤਮਾ ਦੀ ਅੰਸ਼ ਆ, ਅਤੇ ਉਹਨੂੰ ਦੇਖਣ ਲਈ ਫਿਰ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ, ਜਿਹੜਾ ਅਸੀਂ ਸਿਮਰਨ ਅਭਿਆਸ ਕਰਦੇ ਹਾਂ। ਫਿਰ ਆਪਾਂ ਨੂੰ ਗੁਰਬਾਣੀ ਦੁਆਰਾ ਗਿਆਨ ਦਿੱਤਾ ਹੈ। ਮਹਾਰਾਜ ਕਹਿੰਦੇ ਜਿਹੜਾ ਮਨ ਆ ਦੋ ਤਰੀਕਿਆਂ ਨਾਲ ਵਸ ਆਉਂਦਾ ਹੈ। ਇੱਕ ਜਿਹੜਾ ਅਸੀਂ ਸਿਮਰਨ ਅਭਿਆਸ ਕਰਦੇ ਹਾਂ, ਦੂਜਾ ਗਿਆਨ ਦੀ ਮੱਤ, ਜਿਹਨੂੰ ਮਹਾਰਾਜ ਕਹਿੰਦੇ ਇਹ ਮਨੁਆ ਕਿਉਂ ਕਰ ਵਸ ਆਵੈ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਆਪਾਂ ਜਦੋਂ ਇੱਦਾਂ ਸਾਡਾ ਮਨ ਵਿਚਾਰਾਂ 'ਚ ਬਹੁਤ ਚਲਾ ਜਾਂਦਾ ਹੈ, ਅਤੇ ਅਸੀਂ ਕਹਿੰਦੇ ਸਾਡੇ ਮਨ ਦੇ ਵੱਸ ਦੀ ਗੱਲ ਨਹੀਂ ਹੈਗੀ। ਫਿਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਇਹ ਮਨ ਨੂੰ ਵੱਸ ਕਿਵੇਂ ਕੀਤਾ ਜਾਂਦਾ। ਗੁਰੂ ਦੀ ਕਿਰਪਾ ਦੁਆਰਾ ਰੋਕਣਾ, ਜਿਹੜਾ ਅਸੀਂ ਸਿਮਰਨ ਕਰਦੇ ਹਾਂ, ਇਹ ਜਿਹੜਾ ਮਾਰੇ ਕਹਿੰਦੇ ਧਾਵਤ ਵਰਜ ਰਹਾਈਏ, ਕਿ ਜਾਂਦੇ ਹੋਏ ਬਾਹਰ ਮਨ ਨੂੰ ਰੋਕਣਾ ਅੰਤਰਗਤ।
ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਗਿਆਨ ਮਤੀ ਘਰ ਆਵੇ, ਜਿਵੇਂ ਗੁਰਮੁਖ ਸਮਝਾ ਰਹੇ ਸੀ ਕਿ ਇਹਨੂੰ ਗਿਆਨ ਦੀ ਮੱਤ ਦੇਣੀ ਆ, ਜਿਹੜਾ ਸੀ ਬ੍ਰਹਮ ਦਾ ਗਿਆਨ ਆ, ਇਹਦੇ ਦੁਆਰਾ ਵੀ 5 ਦੂਤ ਅਸੀਂ ਵਸ ਕਰ ਸਕਦੇ ਹਾਂ ਜਦੋਂ ਅਸੀਂ ਇਸ ਸੰਸਾਰ ਵਿੱਚ ਵਿਚਰਦੇ ਹਾਂ। ਮਹਾਰਾਜ ਨੇ ਆਪਾਂ ਨੂੰ ਗਿਆਨ ਦਿੱਤਾ, ਕਹਿੰਦੇ ਗਿਆਨ ਖੜਗ 5 ਦੂਤ ਸਿੰਗਾਰੇ ਗੁਰਮਤ ਜਾਗੈ ਸੋਏ, ਕਿ ਗਿਆਨ ਦੇ ਖੜਗ ਦੁਆਰਾ, ਜੇ ਹੁਣ ਆਪਾਂ ਪ੍ਰੈਕਟੀਕਲ ਆਪਣੇ ਸਾਰਿਆਂ ਨਾਲ ਹੁੰਦੇ ਆ ਕਿ ਇੱਥੇ ਅਸੀਂ ਫਿਰ ਆਪਣਾ ਗਿਆਨ ਜੋ ਬ੍ਰਹਮ ਦਾ ਲਿਆ ਆ ਗੁਰਬਾਣੀ ਦੁਆਰਾ ਉਹ ਵਰਤਣਾ ਹੁੰਦਾ, ਉਹਨੂੰ ਅੰਦਰ ਵਸਾਉਣਾ ਹੁੰਦਾ। ਹੁਣ ਜੇ ਸਾਨੂੰ ਪਤਾ ਲੱਗ ਗਿਆ ਕਿ ਲਿਵ ਦਾ ਰਸਤਾ ਅਖਤਿਆਰ ਕਰਨਾ, ਦਇਆ ਨਿਮਰਤਾ ਸਹਿਣਸ਼ੀਲਤਾ ਜਸ ਸੰਤੋਖ, ਤੇ ਇਹ ਅਸੀਂ ਗਿਆਨ ਲੈ ਲਿਆ ਕਿ ਲਿਵ ਦਾ ਰਸਤਾ ਅਖਤਿਆਰ ਕਰਨਾ, ਲੇਕਿਨ ਇਹ ਗਿਆਨ ਵਸਦਾ ਉਦੋਂ ਅੰਦਰ ਆ ਜਦੋਂ ਕੋਈ ਸਾਨੂੰ ਸ਼ਬਦ ਦੀ ਚੋਟ ਮਾਰੇ, ਫਿਰ ਸਾਨੂੰ ਪਤਾ ਹੈ ਕਿ ਅਸੀਂ ਸਹਿਣਸ਼ੀਲਤਾ ਅਪਣਾਉਣੀ ਹੈ। ਸਿਰਫ ਗਿਆਨ ਤੱਕ ਸੀਮਤ ਨਹੀਂ ਰਹਿਣਾ, ਇਹਨਾਂ ਚੀਜ਼ਾਂ ਦਾ ਸਾਰਾ ਸਾਨੂੰ ਗਿਆਨ ਆ ਗਿਆ ਜੀ, 5 ਦੂਤ ਆ ਜੀ, ਲੁੱਟਦੇ ਆ ਜੀ, ਇੱਦਾਂ ਕਰਦੇ, ਪਰ ਜਦੋਂ ਇਹ ਪ੍ਰੈਕਟੀਕਲ 'ਚ ਲੈ ਕੇ ਆਵਾਂਗੇ ਗਿਆਨ, ਉਸ ਦਿਨ ਸਾਡੇ ਮਨ ਵਿੱਚ ਵਸੇਗਾ। ਹੁਣ ਕਈ ਵਾਰੀ ਕਈਆਂ ਦੇ ਕਲੇਸ਼ ਹੁੰਦਾ ਘਰਾਂ 'ਚ, ਉਹ ਇੰਨੀ ਲੜਾਈ ਝਗੜਾ ਵੱਧ ਜਾਂਦਾ, ਉਹ ਗਿਆਨ ਭੁੱਲ ਜਾਂਦੇ ਸਾਰਾ, ਜਦ ਕਿ ਉਹਨਾਂ ਨੇ ਆਪ ਵੀ ਇੱਕ ਹੱਥ ਕਹਾਣੀ ਕਰਦੇ, ਦੂਜਿਆਂ ਨੂੰ ਵੀ ਸੁਣਾਉਂਦੇ, ਲੇਕਿਨ ਜਦੋਂ ਫਿਰ 5 ਹਮਲਾ ਕਰਦੇ ਆ, ਇਹ ਗਿਆਨ ਵੀ ਉਹਨਾਂ ਦਾ ਛੁੱਟ ਜਾਂਦਾ। ਕਿਉਂ? ਕਿਉਂਕਿ ਅੰਦਰ ਨਹੀਂ ਵਸਿਆ। ਜਿੱਥੇ ਸਾਡੇ ਅੰਦਰ ਵਸ ਜਾਂਦੀ ਚੀਜ਼, ਉਹ ਫਿਰ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ। ਇਸ ਕਰਕੇ ਜਿੱਥੇ ਅਸੀਂ ਸਹਿਣਸ਼ੀਲਤਾ, ਗੁਣਾਂ ਨੂੰ ਜਪਣਾ ਨਹੀਂ, ਗੁਣਾਂ ਨੂੰ ਅਪਣਾਉਣਾ ਆ, ਨਾਮ ਨੂੰ ਜਪਣਾ ਆ। ਕਈ ਕਹਿੰਦੇ ਆ ਕਿ ਜਿਹੜੇ ਨਾਮ ਸਿਮਰਨ ਕਰਨਾ ਜਾਂ ਨਾਮ ਜਪਣਾ, ਇਹ ਗੁਣ ਧਾਰਨ ਕਰਨੇ ਆ, ਦਇਆ ਨਿਮਰਤਾ ਸਹਿਣਸ਼ੀਲਤਾ, ਇਹੀ ਨਾਮ ਜਪਣਾ ਹੈ। ਗੁਣ ਜਪੇ ਨਹੀਂ ਜਾਂਦੇ, ਗੁਣ ਅਪਣਾਏ ਜਾਂਦੇ ਆ। ਹੁਣ ਸਹਿਣਸ਼ੀਲਤਾ ਦਾ ਗੁਣ ਆ, ਅਸੀਂ ਸਹਿਣਸ਼ੀਲਤਾ 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 ਨਹੀਂ ਬੋਲਦੇ, ਉਹ ਆਉਂਦੀ ਆ ਜਦੋਂ ਕੋਈ ਸ਼ਬਦ ਦੀ ਚੋਟ ਮਾਰਦਾ ਤੇ ਅਸੀਂ ਉਸ ਨੂੰ ਸਹਿਣ ਕਰਦੇ ਹਾਂ, ਇਹਨੂੰ ਕਹਿੰਦੇ ਗਿਆਨ ਅੰਦਰ ਵਸ ਗਿਆ। ਜੇ ਉਸ ਅਵਸਥਾ 'ਚ ਜਾ ਕੇ ਅਸੀਂ ਭੁੱਲ ਜਾਂਦੇ ਹਾਂ, ਅਸੀਂ ਫਿਰ ਕਲੇਸ਼ ਉਹੀ ਦੁਬਿਧਾ ਦੇ ਵਿੱਚ ਪੈ ਜਾਂਦੇ, ਇਹਦਾ ਮਤਲਬ ਗਿਆਨ ਸਾਡੇ ਅੰਦਰ ਨਹੀਂ ਵਸਿਆ। ਸੋ ਨਾਲ ਕੁਝ ਸਵਾਲ ਆ ਗਏ ਹੋਰ। ਉੱਦਾਂ ਤਾਂ ਅਸੀਂ ਚਾਹੁੰਦੇ ਹੁੰਦੇ ਕਿ 5:30 ਸਮਾਪਤੀ ਕਰੀਏ, ਪਰ ਕੋਈ ਗੱਲ ਨਹੀਂ, ਅਸੀਂ ਜਿਹੜੇ ਸਵਾਲ ਆ ਚੁੱਕੇ ਉਹਨਾਂ ਦਾ ਪਹਿਲਾਂ ਆਨਸਰ ਕਰ ਲੈਂਦੇ। ਫਰਸਟ ਕੁਐਸਚਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਜ਼ ਇਟ ਆਰ ਮਾਈਂਡ ਹੂ ਐਕਸਪੀਰੀਐਂਸਸ ਸ਼ਬਦ ਸਹਿਜ ਤੋਂ ਨਾਦ? ਇਜ਼ ਦੇयर ਐਨੀ ਉਪਦੇਸ਼ ਗਿਵਨ ਟੂ ਦੀ ਆਤਮਾ by Gurbani, or is Atma completely in a sun samad state, ਵਿਚਾਰਲੈਸ? ਓਕੇ, ਸੋ ਜਿਹੜਾ ਸਾਡਾ ਆਤਮਾ ਹੁੰਦੀ ਆ, ਆਤਮਾ ਪ੍ਰਮਾਤਮਾ ਦਾ ਨਾਲ ਉਹਦਾ ਸਿੱਧਾ ਲਿੰਕ ਹੁੰਦਾ ਆ। ਪ੍ਰਮਾਤਮਾ ਦੀ ਆਵਾਜ਼ ਹੀ ਨਾਦ ਸਹਿਜ ਧੁਨ ਅਨਹਦ ਸ਼ਬਦ ਉਹ ਆਤਮਾ ਰਾਹੀਂ ਸਾਨੂੰ ਸੁਣਾਈ ਦਿੰਦੇ ਆ, ਤੇ ਆਤਮਾ ਨੇ ਜਿਹੜਾ ਗਿਆਨ ਲੈਣਾ ਹੈ ਗੁਰਬਾਣੀ ਰਾਹੀਂ, ਉਹਦੇ ਰਾਹੀਂ ਆਤਮਾ ਨੇ ਸਾਡੇ ਮਨ ਨੂੰ ਫਿਰ ਪ੍ਰੇਰਿਤ ਕਰਨਾ ਆ ਕਿ ਤੂੰ ਇੱਥੋਂ ਨਿਕਲ। ਤਾਂ ਹੀ ਜਦੋਂ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ, ਉਹ ਉਪਦੇਸ਼ ਹੁੰਦਾ ਹੈ ਕਿ ਸਾਡੇ ਮਨ ਲਈ ਇਹਨੂੰ ਕਿਵੇਂ ਜਗਾਉਣਾ ਆ। ਉਹ ਹੁੰਦਾ ਹੈ ਸਾਡੇ ਆਤਮਾ ਵਾਸਤੇ ਕਿ ਆਤਮਾ ਫਿਰ ਇਹਨੂੰ ਇਸ ਗਿਆਨ ਦਾ ਇਸਤੇਮਾਲ ਕਰਕੇ ਇੱਧਰਲੇ ਪਾਸੇ ਲੈ ਆਵੇ। ਇਹਦਾ ਜੇ ਤੁਸੀਂ ਹੋਰ ਥੋੜ੍ਹਾ ਜਿਹਾ ਸਮਝਣਾ ਚਾਹੁੰਦੇ ਆ ਤਾਂ ਇੱਕ ਵੀਡੀਓ ਵੀ ਪਾਈ ਸੀਗੀ ਆਤਮਾ 'ਤੇ, ਜੋ YouTube 'ਤੇ GPMKC ਚੈਨਲ 'ਤੇ ਹੈ। ਉਹਦੇ 'ਤੇ ਬੜੇ ਵਿਸਤਾਰ ਨਾਲ ਇਹਦਾ ਸਮਝਾਇਆ ਹੋਇਆ, ਜਿਵੇਂ ਕਿ ਮਹਾਰਾਜ ਨੇ ਕਿਹਾ ਰਾਮਚੰਦ ਮਾਰਿਓ ਇਹ ਰਾਵਣ, ਭੇਦ ਵਿਭੀਖਣ ਗੁਰਮੁਖ ਪਰਚਾਇਣ, ਕਿ ਵਿਭੀਖਣ ਤੋਂ ਭੇਦ ਲੈ ਕੇ ਰਾਮਚੰਦਰ ਨੇ ਰਾਵਣ ਨੂੰ ਖਤਮ ਕੀਤਾ। ਇੱਦਾਂ ਹੀ ਜਿਹੜਾ ਗੁਰਮੁਖ ਹੁੰਦਾ ਉਹਨੂੰ ਵਿਭੀਖਣ ਕਿਹਾ ਹੋਇਆ ਹੈ। ਗੁਰਮੁਖ ਨੇ ਉਪਦੇਸ਼ ਦਿੱਤਾ, ਜਿਵੇਂ ਅਸੀਂ ਗੁਰਬਾਣੀ ਰਾਹੀਂ ਭਗਤਾਂ ਦਾ ਸੁਣਦੇ ਹਾਂ ਉਪਦੇਸ਼, ਅਸੀਂ ਗੁਰੂ ਸਾਹਿਬਾਨਾਂ ਦਾ ਉਪਦੇਸ਼ ਸੁਣਦੇ ਹਾਂ, ਅਤੇ ਉਹ ਕੀ ਹੁੰਦਾ ਹੈ ਕਿ ਉਸ ਉਪਦੇਸ਼ ਨੂੰ ਲੈ ਕੇ ਫਿਰ ਆਤਮਾ ਸਾਡੀ ਜਿਹੜੀ ਆ ਉਹ ਕਾਲ ਨੂੰ ਖਤਮ ਕਰ ਸਕਦੀ, ਸਾਡੇ ਮਨ ਨੂੰ ਫਿਰ ਛਡਾ ਕੇ ਇੱਥੋਂ ਲਿਜਾਂਦੀ ਹੈ। ਸੋ ਆਈ ਹੋਪ ਦੈਟ ਆਨਸਰਸ ਦੈਟ ਕੁਐਸਚਨ। ਹੈ ਤਾਂ ਆਤਮਾ ਅਫੁਰ, ਜਦੋਂ ਇਹਨੇ ਸਫ਼ਰ ਕਰਨਾ, ਇਹਨੇ ਕਰਨਾ ਇੱਥੇ ਮੂਲਾਧਾਰ ਜਿੱਥੇ ਚੱਕਰਿਆ, ਇੱਥੋਂ ਲੈ ਕੇ ਉੱਪਰ ਜਿੱਥੇ ਸਹਿਜ ਗੁਫਾ ਆ, ਜਿਹਨੂੰ ਮਾਰੇ ਕਹਿੰਦੇ ਸਹਿਜ ਗੁਫਾ ਮੈਂ ਆਸਣ ਬਾਂਧਿਆ। ਆਤਮਾ ਨੇ ਸਫ਼ਰ ਕਰਨਾ, ਇਹਨੇ ਦਰਸ਼ਕ ਵਾਂਗ, ਲਾਈਕ ਅ ਵਿਟਨੈਸ, is going to witness everything that's happening, but at the same time ਆਤਮਾ ਨੇ ਸਾਡੇ ਮਨ ਨੂੰ ਪ੍ਰੇਰਿਤ ਕਰਨਾ ਹੈ ਕਿ ਤੂੰ ਇੱਥੋਂ ਇਸ ਦੁੱਖ ਦੇ ਦੇਸ਼ ਦੇ ਵਿੱਚ ਨਿਕਲਣ ਦੀ ਕੋਸ਼ਿਸ਼ ਕਰ। ਆਪਣੀ ਸੁਰਤੀ ਨੂੰ ਇਹਨੇ ਇੱਧਰ ਨੂੰ ਖਿੱਚਣਾ, 5 ਦੂਤਾਂ ਨੇ ਖਿੱਚਣਾ ਦੂਜੇ ਉਲਟ ਪਾਸੇ, ਕਿ ਆਤਮਾ ਦੀ ਆਵਾਜ਼ ਹੀ ਨਾ ਇਹ ਸੁਣੇ। ਇਹ ਫੁਰਨਿਆਂ ਦੇ ਵਿੱਚ ਪਾਉਂਦੇ ਆ। ਤਾਂ ਹੀ ਸਾਡਾ ਜੇ ਮਨ ਕਈ ਵਾਰੀ ਹੁੰਦਾ ਕਿ ਕੋਈ ਜੀਵ ਉਲਟ ਪਾਸੇ ਚੱਲ ਪੈਂਦਾ ਹੈ ਦੁਨੀਆ ਦੇ ਵਿੱਚ, ਅੰਦਰੋਂ ਉਹਦੀ ਕੌਨਸ਼ੀਅਸਨੈਸ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਕਿ ਇਹ ਕੰਮ ਸਹੀ ਨਹੀਂ।
ਉਹ ਆਤਮਾ ਦੀ ਆਵਾਜ਼ ਹੁੰਦੀ ਹੈ। ਜੇਕਰ ਅਸੀਂ ਇਹਨੂੰ ਸੁਣਨ ਲੱਗ ਪੈਂਦੇ ਹਾਂ ਕਿ ਅਸੀਂ ਸਹੀ ਰਸਤੇ 'ਤੇ ਚੱਲੀਏ, ਅਤੇ ਫਿਰ ਜਿਹੜਾ ਮਨ ਆ ਉਹ ਇਸ ਆਤਮਾ ਦੇ ਪ੍ਰੇਰਨਾ ਸਦਕਾ ਆਪਣੇ ਮਾਲਕ ਨਾਲ ਮਿਲਾਪ ਕਰ ਲੈਂਦਾ। ਸਾਡਾ ਜਿਹੜਾ ਇਹ ਸੁਰਤੀ ਆ ਫਿਰ ਸਦੀਵੀ ਅਮਰ ਹੋ ਜਾਂਦੀ ਹੈ। ਸੋ ਮਹਾਰਾਜ ਨੇ ਇਹ ਸਾਨੂੰ ਭੇਜ ਦਿੱਤਾ। ਤੁਸੀਂ ਉਹ ਆਤਮਾ ਵਾਲੀ ਜਿਹੜੀ ਵੀਡੀਓ ਦੇਖ ਲਓ, ਉਹਦੇ ਵਿੱਚ ਬੜੇ ਵਿਸਤਾਰ ਨਾਲ ਸਮਝਾਇਆ ਹੋਇਆ ਆਤਮਾ ਦੀ ਸਾਰੀ ਡਿਊਟੀਆਂ। ਇੱਕ ਸਵਾਲ ਆਇਆ, ਸਮਟਾਈਮਸ ਆਈ ਫੀਲ ਲਾਈਕ ਆਈ ਐਮ ਸਲੀਪਿੰਗ ਬਟ ਆਈ ਐਮ ਅਵੇਅਰ ਆਫ ਮਾਈ ਸਰਾਊਂਡਿੰਗਸ, ਲਾਈਕ ਆਈ ਕੈਨ ਹੀਅਰ ਪੀਪਲ ਟਾਕਿੰਗ ਅਰਾਊਂਡ ਮੀ, ਪਲੀਜ਼ ਐਕਸਪਲੇਨ ਅਬਾਊਟ ਦਿਸ। Okay, even my shabds stop and I feel like I'm sleeping but I'm not. ਹਾਂਜੀ, ਕਈ ਵਾਰੀ ਹੁੰਦਾ ਕਿ ਜਦੋਂ ਆਪਾਂ ਇੱਦਾਂ ਸ਼ਬਦ ਦਾ ਅਭਿਆਸ ਕਰਦੇ ਹੁੰਦੇ ਹਾਂ ਤੇ ਅਸੀਂ ਮਹਿਸੂਸ ਕਰਦੇ ਕਿ ਅਸੀਂ ਸੁਣਨ ਵਿੱਚ ਚਲੇ ਗਏ। ਉਸ ਵਕਤ ਸਾਡਾ ਸਿਰਫ ਸਰੀਰ ਸੁਣਨ 'ਚ ਗਿਆ ਹੁੰਦਾ, ਮਨ ਨਹੀਂ। ਜੇ ਅਸੀਂ ਬਾਹਰਲੀਆਂ ਆਵਾਜ਼ਾਂ ਸੁਣ ਰਹੇ ਹੁੰਦੇ ਹਾਂ ਉਸ ਵਕਤ ਸਾਡਾ ਮਨ ਸੁਣਨ ਵਿੱਚ ਨਹੀਂ ਗਿਆ ਹੁੰਦਾ, ਕਿਉਂਕਿ ਜਦੋਂ ਮਨ ਵੀ ਸੁਣਨ ਵਿੱਚ ਚਲਾ ਜਾਂਦਾ ਫਿਰ ਬਾਹਰਲੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ। ਫਿਰ ਜਦੋਂ ਤੁਹਾਨੂੰ ਇੱਦਾਂ ਫੀਲ ਹੁੰਦਾ ਕਿ ਤੁਸੀਂ ਇੱਦਾਂ ਲੰਮੇ ਪਏ ਆ ਲੇਕਿਨ ਬਾਹਰਲੀਆਂ ਆਵਾਜ਼ਾਂ ਸੁਣੀ ਜਾਂਦੇ ਪਰ ਸਰੀਰ ਨਹੀਂ ਤੁਹਾਡਾ ਹਿੱਲ ਰਿਹਾ, ਫਿਰ ਉਸ ਵਕਤ ਸ਼ਬਦ ਦਾ ਅਭਿਆਸ ਕਰਕੇ ਮਨ ਨੂੰ ਵੀ ਸੁਣਨ 'ਚ ਲੈ ਕੇ ਜਾਣਾ ਹੁੰਦਾ। ਅਤੇ ਜਦੋਂ ਫਿਰ ਮਨ ਵੀ ਸੁਣਨ ਚਲਾ ਜਾਂਦਾ ਫਿਰ ਸਾਨੂੰ ਬਾਹਰਲੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਜਾਂਦੀਆਂ। ਸੋ ਇੱਥੇ ਕਈ ਵਾਰੀ ਹੁੰਦਾ ਕਿ ਤੁਸੀਂ ਸਿਮਰਨ ਕਰਦੇ, ਹੱਥ ਵੀ ਜੁੜ ਜਾਂਦੇ, ਸਾਡੇ ਸਰੀਰ ਵੀ ਸੁੰਨ ਹੋ ਜਾਂਦਾ ਪਰ ਸਾਡੇ ਤੋਂ ਹਿੱਲ ਵੀ ਨਹੀਂ ਹੁੰਦਾ, ਪਰ ਬਾਹਰਲੀਆਂ ਆਵਾਜ਼ਾਂ ਅਸੀਂ ਸੁਣ ਰਹੇ ਹੁੰਦੇ। ਸੋ ਉਸ ਵਕਤ ਅਸੀਂ ਸਰੀਰ ਤੌਰ 'ਤੇ ਸੁਣਨ 'ਚ ਗਏ ਹੁੰਦੇ, ਹਿੱਲਦਾ ਨਹੀਂ ਸਰੀਰ, ਲੇਕਿਨ ਮਨ ਨਹੀਂ ਸਾਡਾ ਸੁਣਨ 'ਚ ਗਿਆ ਹੁੰਦਾ। ਇਸ ਕਰਕੇ ਸਾਨੂੰ ਫਿਰ ਬਾਹਰਲੀਆਂ ਆਵਾਜ਼ਾਂ ਸੁਣਦੀਆਂ। ਸੋ ਜਦੋਂ ਇਹ ਅਵਸਥਾ ਤੁਹਾਡੀ ਆਵੇ ਉਸ ਵਕਤ ਫਿਰ ਤੁਸੀਂ ਸਹਿਜ ਵਿੱਚ ਤੁਹਾਨੂੰ ਯਾਦ ਆ ਗਿਆ ਕਿ ਤੁਸੀਂ ਬਾਹਰਲੀ ਆਵਾਜ਼ ਸੁਣ ਰਹੇ, ਆਪਣਾ ਹੋਰ ਸਹਿਜ ਵਿੱਚ ਅਭਿਆਸ ਕਰਕੇ ਮਨ ਨੂੰ ਵੀ ਸੁਣਨ ਵਿੱਚ ਲੈ ਕੇ ਜਾਇਆ ਕਰੋ। ਅਤੇ ਜੇ ਤੁਹਾਡਾ ਸਰੀਰ ਨਹੀਂ ਹਿੱਲਦਾ ਹੁੰਦਾ ਉਸ ਅਵਸਥਾ ਵਿੱਚ ਕਿ ਤੁਸੀਂ ਇੱਦਾਂ ਜਾਗਣਾ ਚਾਹੁੰਦੇ ਇੱਧਰ ਨੂੰ, ਤਾਂ ਉਸ ਵਕਤ ਫਿਰ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਹਿਲਾ ਲੈਣਾ ਹੁੰਦਾ। ਉਹਦੇ ਨਾਲ ਕੀ ਹੁੰਦਾ ਕਿ ਫਿਰ ਤੁਸੀਂ ਇੱਧਰ ਸਰੀਰ ਜਿਹੜਾ ਸੁਣਨ 'ਚੋਂ ਬਾਹਰ ਆ ਜਾਂਦਾ। ਓਕੇ, ਮੈਂ ਇੱਕ ਹੋਰ ਸਵਾਲ ਲਾ ਲੈਂਦਾ। ਇੱਥੇ ਆਇਆ ਆ YouTube ਦੇ ਕਮੈਂਟਸ ਦੇ ਵਿੱਚ, ਉਹ ਹੈ, ਵਾਹਿਗੁਰੂ ਜੀ, ਜਦੋਂ ਆਪਾਂ ਨੂੰ ਸਹਿਜ ਧੁਨ ਸੁਣਨ ਲੱਗ ਜਾਂਦੀ ਆ ਫਿਰ ਆਪਾਂ ਵੱਧ ਟਾਈਮ ਸਹਿਜ ਧੁਨ ਸੁਣਨ ਲਈ ਕੱਢੀਏ। ਸੋ ਯੈਸ, ਜੇ ਤੁਹਾਨੂੰ ਸਹਿਜ ਧੁਨ ਸੁਣਨ ਲੱਗ ਪੈਂਦੀ ਹੈ ਅਤੇ ਤੁਸੀਂ ਵੱਧ ਟਾਈਮ ਉਸੇ ਸਹਿਜ ਧੁਨ ਦੇ ਵਿੱਚ ਧਿਆਨ ਲਾਓ। ਇੰਨਾ ਕੁ ਖਿਆਲ ਰੱਖਣਾ ਆ ਕਿ ਸਾਡਾ ਜਿਹੜਾ ਮਨ ਆ ਉਹ ਪੂਰੀ ਨੀਂਦ ਲਵੇ। ਜਦੋਂ ਨੀਂਦ ਆਉਂਦੀ ਹੈ 6 ਤੋਂ 7 ਘੰਟੇ ਰੋਜ਼ ਹਰੇਕ ਨੂੰ ਸੌਣਾ ਚਾਹੀਦਾ। ਜਿੰਨਾ ਚਿਰ ਤੱਕ ਅਸੀਂ ਸੱਚ ਵਿੱਚ ਸਮਾਉਂਦੇ ਨਹੀਂ, ਨੀਂਦ ਨੂੰ ਵਾਲਾ ਘਟਾਉਣਾ ਨਹੀਂ, ਕਿਉਂਕਿ ਜਦੋਂ ਅਸੀਂ ਨੀਂਦ ਨੂੰ ਘਟਾ ਦਿੰਦੇ ਹਾਂ ਕੀ ਹੁੰਦਾ ਕਿ ਸਾਡਾ ਜਿਹੜਾ ਦਿਮਾਗ ਦੇ ਸੈੱਲ ਆ ਕਈ ਵਾਰੀ ਉਹ ਕਮਜ਼ੋਰ ਹੋ ਜਾਂਦੇ ਆ। ਅਸੀਂ ਕੋਸ਼ਿਸ਼ ਕਰਨੀ ਹੈ ਸਹਿਜ ਨਾਲ ਲੱਗੇ ਰਹਿਣਾ, ਇਸ ਤਰੀਕੇ ਦੇ ਨਾਲ ਕਿ ਹੱਠ ਨਹੀਂ ਕਰਨਾ, ਹੱਠ ਕਰਕੇ ਆਪਣੇ ਸਰੀਰ ਨੂੰ ਜਗਾ ਕੇ ਨਹੀਂ ਰੱਖਣਾ। ਸਹਿਜ ਤੁਹਾਨੂੰ ਸੁਣੀ ਜਾਓ ਅਤੇ ਨਾਲ ਕੋਸ਼ਿਸ਼ ਕਰਿਆ ਕਰੋ ਕਿ ਰੋਮ ਰੋਮ ਸਿਮਰਨ ਜਿਹੜੀ ਜੁਗਤ ਆ ਜਿੱਥੇ ਨਬਜ਼ ਦੇ ਨਾਲ ਸਿਮਰਨ ਕਰੀਦਾ ਉਹ ਵੀ ਸ਼ੁਰੂ ਕਰਨ ਲੱਗ ਪਓ। ਸੋ ਇੱਕ ਹੋਰ ਸਵਾਲ WhatsApp 'ਤੇ ਆਇਆ ਸੀਗਾ ਕਿ ਇੱਕ ਸ਼ਬਦ ਨੂੰ ਐਕਸਪਲੇਨ ਕਰਨਾ ਆ। ਉਹ ਸ਼ਬਦ ਹੈਗਾ, ਨੱਚ ਨੱਚ ਹੱਸੇ ਚਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਉ ਤਿਨਾ ਮਨ ਭਾਓ। ਵਾਹਿਗੁਰੂ। ਓਕੇ, ਸੋ ਇੱਦਾਂ ਆ ਕਿ ਮਹਾਰਾਜ ਨੇ ਜ਼ਿਕਰ ਕੀਤਾ ਹੋਇਆ ਗੁਰਬਾਣੀ ਦੇ ਵਿੱਚ ਕਿ ਲੋਕੀ ਤਰ੍ਹਾਂ ਤਰ੍ਹਾਂ ਦੇ ਖੇਡਾਂ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਜੁਗਤ ਅਪਣਾਉਂਦੇ ਨੇ ਪਰਮਾਤਮਾ ਨਾਲ ਮਿਲਾਪ ਕਰਨ। ਅਤੇ ਕਈ ਵਾਰੀ ਕੋਈ ਐਕਸ਼ਨ ਕਰਦੇ ਆ ਸੰਸਾਰ ਵਿੱਚ, ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ। ਹੁਣ ਜਿਵੇਂ ਸਿੱਧ ਸੀਗੇ, ਉਹ ਆਪਣਾ ਹਿਸਾਬ ਦੇ ਨਾਲ ਉਹ ਕਰਾਮਾਤਾਂ ਦਾ ਪ੍ਰਾਪਤੀ ਕਰਦੇ ਸੀ। ਅਤੇ ਇੱਥੇ ਮਹਾਰਾਜ ਨੇ ਕਿਹਾ ਨੱਚ ਨੱਚ ਹੱਸੇ ਚਲੇ ਸੇ ਰੋਏ। ਅਤੇ ਮਹਾਰਾਜ ਕਹਿੰਦੇ ਆ ਜਿਹੜੇ ਜਿਹੜੇ ਇੱਦਾਂ ਨੱਚਦੇ ਆ, ਹੱਸਦੇ ਆ, ਜਦੋਂ ਉਹਨਾਂ ਨੂੰ ਅਖੀਰ 'ਤੇ ਜਾਣਾ ਪੈਂਦਾ ਹੈ ਸੰਸਾਰ ਤੋਂ, ਫਿਰ ਰੋਂਦੇ ਆ। ਹੁਣ ਅਸੀਂ ਹੁਣ ਵੀ ਸੰਸਾਰ ਵਿੱਚ ਦੇਖ ਸਕਦੇ ਕਈ ਹੈਗੇ ਆ ਜਿਹੜੇ ਲੋਕੀ ਸਮਝਦੇ ਆ ਕਿ ਮੈਡੀਟੇਸ਼ਨ ਐਕਸਰਸਾਈਜ਼ ਸਰੀਰ ਦੀ ਕਰੀ ਜਾਓ, ਉਹ ਨੱਚੀ ਜਾਂਦੇ। ਲਾਈਕ ਯੂ ਮੇ ਹੈਵ ਹਰਡ ਆਫ ਦ ਵਰਲਿੰਗ ਡਰਵਿਸ਼ਸ। ਉਹ ਕੀ ਕਰਦੇ ਆ, ਘੁੰਮੀ ਜਾਣਾ, ਉਹਨਾਂ ਨੇ ਘੁੰਮੀ ਜਾਣਾ ਅਤੇ ਫਿਰ ਆਖਰਕਾਰ ਉਹਨਾਂ ਨੇ ਘੁੰਮ ਘੁੰਮ ਕੇ ਇੱਦਾਂ ਫਿਰ ਬੇਹੋਸ਼ ਹੋ ਕੇ ਡਿੱਗ ਜਾਣਾ। ਥੋੜ੍ਹੇ ਚਿਰ ਲਈ ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਆ, ਫੁਰਨੇ ਰਹਿਤ ਹੋ ਜਾਂਦੇ। ਅਤੇ ਇੱਦਾਂ ਹੀ ਇੱਥੇ ਮਹਾਰਾਜ ਨੇ ਦੱਸਿਆ ਕਿ ਕਈ ਇੱਦਾਂ ਹੀ ਨੱਚਦੇ ਰਹਿੰਦੇ ਆ, ਹੱਸਦੇ ਆ, ਅਤੇ ਕਹਿੰਦੇ ਜਦੋਂ ਆਖਰਕਾਰ ਜਾਣਾ ਪੈਂਦਾ ਆ ਉਹਨਾਂ ਨੂੰ ਰੋਣਾ ਪੈਂਦਾ।
ਫੇਰ ਮਹਾਰਾਜ ਨੇ ਸਿੱਧਾਂ ਦੀ ਗੱਲ ਕੀਤੀ, ਉੱਡ ਨਾ ਜਾਹੀ ਸਿੱਧ ਨਾ ਹੋਏ। ਕਹਿੰਦੇ ਕਿ ਜਿਹੜਾ ਉੱਡ ਨਹੀਂ ਸਕਦਾ ਉਹਨੂੰ ਸਿੱਧ ਨਹੀਂ ਗਿਣਿਆ ਜਾਂਦਾ। ਤੇ ਸਿੱਧ ਜਿਹੜੇ ਸਨ ਇਹ ਕੋਸ਼ਿਸ਼ ਕਰਦੇ ਸੀ ਕਿ ਵੱਧ ਤੋਂ ਵੱਧ ਕਰਾਮਾਤ ਕਲਾ ਜਿਹੜੀ ਆ ਹਾਸਲ ਕਰੀਏ ਤੇ ਉਹਦਾ ਪ੍ਰਦਰਸ਼ਨੀ ਕਰੀਏ। ਤੇ ਉਹ ਵੀ ਐਸਾ ਕਰਦੇ ਸੀ, ਉਹ ਇਦਾਂ ਦੀਆਂ ਖੇਡਾਂ ਖੇਡਦੇ ਸੀ। ਤੇ ਮਹਾਰਾਜ ਕਹਿੰਦੇ ਆ ਨੱਚਣ ਕੁੱਦਣ ਮਨ ਕਾ ਚਾਓ। ਮਹਾਰਾਜ ਦੱਸ ਰਹੇ ਆ ਇੱਥੇ ਕਿ ਇਹ ਜਿਹੜੇ ਜੀਵ ਆ ਇਹ ਸਿਰਫ ਆਪਣੇ ਮਨ ਦੇ ਚਾਅ ਨਾਲ ਇਦਾਂ ਲੱਗੇ ਰਹਿੰਦੇ ਆ। ਇਹਨਾਂ ਜਿੱਦਾਂ ਆਪਣੇ ਸਰੀਰ ਨੂੰ ਉਛਲ ਕੇ ਉਠਾਉਂਦੇ ਆ, ਇਦਾਂ ਹੀ ਇਹਨਾਂ ਦਾ ਮਨ ਜਿਹੜਾ ਆ ਉਹ ਵੀ ਉਛਲਦਾ ਆ ਇੱਥੇ ਤ੍ਰੈ ਗੁਣਾਂ ਦੇ ਵਿੱਚ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਕਿ ਜਿਨ੍ਹਾਂ ਦੇ ਵਿੱਚ ਅਸਲ ਡਰ ਆ ਪ੍ਰਮਾਤਮਾ ਦਾ, ਉਹ ਫਿਰ ਹੁਕਮ 'ਚ ਰਹਿੰਦੇ ਆ। ਉਹਨਾਂ ਦੇ ਵਿੱਚ ਹੀ ਫਿਰ ਪਿਆਰ ਹੁੰਦਾ ਪ੍ਰਮਾਤਮਾ ਦੇ ਲਈ। ਉਹ ਡਰ ਕਿਹੋ ਜਿਹਾ ਹੁੰਦਾ, ਜਿਵੇਂ ਕਿ ਇੱਕ ਤਾਂ ਹੁੰਦਾ ਡਰ ਅਸੀਂ ਕਿਸੇ ਤੋਂ ਡਰਦੇ ਹਾਂ ਇੰਨਾ ਕਿ ਅਸੀਂ ਇੱਧਰ ਉੱਧਰ ਜਾਂਦੇ ਨਹੀਂ, ਉਹ ਵੀ ਡਰ ਠੀਕ ਆ। ਪਰ ਇਸ ਡਰ ਦੇ ਵਿੱਚੋਂ ਪਿਆਰ ਪ੍ਰਗਟ ਹੁੰਦਾ ਆ ਮਨ ਵਿੱਚ। ਉਹ ਕਿਵੇਂ? ਉਹਨਾਂ ਨੂੰ ਪਤਾ ਆ ਕਿ ਜੇਕਰ ਅਸੀਂ ਇਸ ਮਾਲਕ ਆਪਣੇ ਤੋਂ ਵਿਛੜ ਗਏ ਤੇ ਫਿਰ ਤਾਂ ਕੱਖ ਵੀ ਨਹੀਂ ਸਾਡੇ ਪਾਸ। ਕਿ ਜੇ ਮਾਲਕ ਸਾਡੇ ਨਾਲ ਆ ਫਿਰ ਭਾਵੇਂ ਸਾਡੇ ਕੋਲ ਦੁਨਿਆਵੀ ਕੁਝ ਵੀ ਨਾ ਹੋਵੇ, ਅਸੀਂ ਹੈਗੇ ਖੁਸ਼। ਜਿਹਨੂੰ ਮਹਾਰਾਜ ਕਹਿੰਦੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਬਿਹਾਤ। ਤੇ ਮਹਾਰਾਜ ਦੱਸਦੇ ਇੱਥੇ ਕਿ ਜਿਨ੍ਹਾਂ ਦੇ ਅੰਦਰ ਇਦਾਂ ਫਿਰ ਡਰ ਹੁੰਦਾ ਪਰਮਾਤਮਾ ਪ੍ਰਤੀ, ਕਿ ਪਰਮਾਤਮਾ ਦਾ ਹੁਕਮ ਤੋਂ ਇੱਧਰ ਉੱਧਰ ਨਹੀਂ ਹੁੰਦੇ, ਪਰਮਾਤਮਾ ਤੋਂ ਵਿਛੋੜਾ ਨਹੀਂ ਕਦੇ ਚਾਹੁੰਦੇ, ਉਹਨਾਂ ਦੇ ਵਿੱਚ ਹੀ ਅਸਲ ਪਿਆਰ ਹੁੰਦਾ ਪਰਮਾਤਮਾ ਦੇ ਨਾਲ। ਇਦਾਂ ਹੀ ਫਿਰ ਗੁਰਬਾਣੀ 'ਚ ਮਨ ਦੇ ਨੱਚਣ ਬਾਰੇ ਵੀ ਦੱਸਿਆ ਹੈ। ਐਵੇਂ ਨੱਚਣ ਦੀ ਵਿਚਾਰ ਹੋਈ ਆ। ਗੁਰੂ ਸਾਹਿਬ ਕਹਿੰਦੇ ਨਾਚ ਰੇ ਮਨ ਗੁਰ ਕੇ ਆਗੇ, ਗੁਰ ਕੇ ਭਾਣੇ ਨਾਚੇ ਤਾਂ ਸੁਖ ਪਾਵੇ ਅੰਤੇ ਜਮ ਭਉ ਭਾਗੇ। ਫਿਰ ਮਨ ਦੇ ਨੱਚਣ ਦਾ ਦੱਸਿਆ ਆ ਕਿ ਗੁਰੂ ਦੇ ਅੱਗੇ ਨੱਚ। ਤੇ ਜਦੋਂ ਫਿਰ ਮਹਾਰਾਜ ਕਹਿੰਦੇ ਪਰਮਾਤਮਾ ਆਪਣੇ ਭਗਤ ਨੂੰ ਕਿਰਪਾ ਕਰਦਾ, ਆਪ ਨਚਾਉਂਦਾ, ਤੇ ਉਹਦੀ ਭਗਤ ਦੀ ਕੀ ਅਵਸਥਾ ਹੁੰਦੀ। ਗੁਰੂ ਸਾਹਿਬ ਕਹਿੰਦੇ ਆਪ ਨਚਾਏ ਸੋ ਭਗਤ ਕਹੀਏ, ਆਪਣਾ ਪਿਆਰ ਆਪ ਲਾਏ। ਫਿਰ ਉਸ ਅਵਸਥਾ 'ਚ ਫਿਰ ਜਦੋਂ ਸਾਡਾ ਮਨ ਨੱਚਦਾ ਦੀ ਕੀ ਅਵਸਥਾ ਹੁੰਦੀ ਹੈ, ਕਹਿੰਦੇ ਕਰ ਕਰ ਤਾਲ ਪਖਾਵਜ ਨੈਣੋ ਮਾਥੇ ਵਜੇ ਰਬਾਬਾ, ਕਰਨੋ ਮੱਧ ਬਾਂਸਰੀ ਬਾਜੇ, ਜਿਹਵਾ ਧੁਨ ਅਗਾਜਾ, ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਘੁੰਗਰ ਸਾਜਾ। ਕਹਿੰਦੇ ਕਿ ਫਿਰ ਨੱਚਣ ਦਾ ਜਿਹੜਾ ਗੁਰਬਾਣੀ 'ਚ ਦੱਸਿਆ ਕਿ ਮਨ ਜਦੋਂ ਗੁਰੂ ਦੇ ਅੱਗੇ ਨੱਚਦਾ, ਗੁਰੂ ਦੁਆਰਾ ਅਸੀਂ ਭੇਦ ਲੈਂਦੇ ਹਾਂ ਜੋ ਗੁਰਬਾਣੀ 'ਚ ਆਪਾਂ ਨੂੰ ਦੱਸਿਆ। ਫਿਰ ਕਹਿੰਦੇ ਜਿਹੜੇ ਗੁਰੂ ਦੇ ਭਾਣੇ ਦੇ ਵਿੱਚ ਚੱਲਦੇ ਆ, ਜੋ ਗੁਰੂ ਸਾਹਿਬ ਕਹਿੰਦੇ ਉਸ ਮੁਤਾਬਕ ਨੱਚਦੇ ਆ, ਉਹ ਸੁੱਖ ਪਾਉਂਦੇ ਆ ਤੇ ਉਹ ਜਮਾਂ ਦੇ ਰਸਤੇ 'ਤੇ ਨਹੀਂ ਜਾਂਦੇ, ਜੰਮ ਭੱਜ ਜਾਂਦੇ। ਫਿਰ ਕਿਹਾ ਕਿ ਉਹ ਨੱਚਦਾ ਹੈ ਜਿਹਨੂੰ ਪ੍ਰਮਾਤਮਾ ਆਪ ਨਚਾਉਂਦਾ ਹੈ। ਤੇ ਜਿਹੜਾ ਮਨ ਇਸ ਤਰੀਕੇ ਨਾਲ ਨੱਚਦਾ ਉਹ ਪ੍ਰਮਾਤਮਾ ਦੇ ਪਿਆਰ ਵਿੱਚ ਪੈ ਜਾਂਦਾ। ਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਜਿਹੜਾ ਫਿਰ ਮਨ ਸਾਡਾ ਨੱਚਦਾ, ਜਦੋਂ ਹੁਣ ਆਪਾਂ ਪ੍ਰੈਕਟੀਕਲ ਅਭਿਆਸ ਕਰਦੇ ਹਾਂ, ਜਦੋਂ ਪ੍ਰੈਕਟੀਕਲ ਅਭਿਆਸ ਹੁੰਦਾ ਆ, ਕਈਆਂ ਦੀਆਂ ਸਿਮਰਨ ਕਰਦਿਆਂ ਹੋਇਆਂ ਜਿਹੜੀਆਂ ਸਾਡੀਆਂ ਅੱਖਾਂ ਇੱਦਾਂ ਤਬਲੇ ਵਾਂਗੂ ਕਰਨ ਲੱਗ ਪੈਂਦੀਆਂ। ਜਿਵੇਂ ਤਬਲਾ ਵੱਜਦਾ ਤਾਂ ਉਹ ਅੱਖਾਂ ਫਰਕਦੀਆਂ ਇੱਦਾਂ ਤੇਜ਼। ਉਹ ਪ੍ਰੈਕਟੀਕਲ ਵਿੱਚ ਆਉਂਦਾ ਹੈ ਜੋ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਹੈ। ਮਹਾਰਾਜ ਕਹਿੰਦੇ ਕਰ ਕਰ ਤਾਲ ਪਖਾਵਜ ਕਿਹਾ ਤਬਲੇ ਨੂੰ, ਕਰ ਕਰ ਤਾਲ ਪਖਾਵਜ ਨੈਣੋ, ਕਿ ਜਿਹੜੇ ਸਾਡੀਆਂ ਨੈਣ ਆ, ਅੱਖਾਂ ਆ, ਇਹ ਫਰਕਦੀਆਂ ਇੱਦਾਂ ਤਬਲੇ ਵਾਂਗ। ਇਹ ਜਦੋਂ ਸਾਡਾ ਮਨ ਪ੍ਰਮਾਤਮਾ ਅੱਗੇ ਨੱਚਦਾ। ਕਹਿੰਦੇ ਕਰ ਕਰ ਤਾਲ ਪਖਾਵਜ ਨੈਣੋ ਮਾਥੇ ਵਜੇ ਰਬਾਬਾ, ਰਬਾਬ ਦੀ ਆਵਾਜ਼ ਸਾਡੇ ਮੱਥੇ 'ਤੇ ਸੁਣਾਈ ਦਿੰਦੀ ਹੈ। ਫਿਰ ਕਹਿੰਦੇ ਕਰਨੋ ਮੱਧ, ਇਹ ਕੰਨਾਂ ਦੀ ਗੱਲ ਕੀਤੀ, ਕਰਨੋ ਮੱਧ ਬਾਂਸਰੀ ਬਾਜੇ, ਫਿਰ ਕੰਨਾਂ 'ਚ ਬਾਂਸਰੀ ਦੀ ਆਵਾਜ਼ ਆਉਂਦੀ ਹੈ। ਕਰਨੋ ਮੱਧ ਬਾਂਸਰੀ ਬਾਜੇ, ਜਿਹਵਾ ਧੁਨ ਗਾਜਾ। ਤੇ ਫਿਰ ਮਹਾਰਾਜ ਕਹਿੰਦੇ ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਘੁੰਗਰ ਸਾਜਾ। ਫਿਰ ਇਸ ਤਰੀਕੇ ਨਾਲ ਘੁੰਗਰੂਆਂ ਦੀ ਆਵਾਜ਼ ਸੁਣਦੀ ਤੇ ਸਾਡਾ ਮਨ ਪਰਮਾਤਮਾ ਦੇ ਅੱਗੇ ਨੱਚਦਾ। ਸੋ ਉਹਦਾ ਤਾਂ ਟਾਈਮ ਬਹੁਤ ਹੋ ਗਿਆ, ਪਰ ਸਵਾਲ ਆ ਹੀ ਜਾਂਦੇ ਆ। ਓਕੇ, ਸੋ ਇੱਕ ਗੁਰਮੁਖਾਂ ਨੇ ਸਵਾਲ ਪੁੱਛਿਆ WhatsApp 'ਤੇ, ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਥੇ ਮਹਾਰਾਜ ਨੇ ਉਸ ਪ੍ਰਭੂ ਪਰਮਾਤਮਾ ਦੇ ਭਗਤਾਂ ਦੀ ਗੱਲ ਕੀਤੀ ਹੈ। ਉਹ ਜਦੋਂ ਇੱਥੇ ਆਉਂਦੇ ਆ ਸੰਸਾਰ ਵਿੱਚ, ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੁੰਦੇ ਆ। ਜੇਕਰ ਉਹ ਵਿਰਾਗ ਕਰਦੇ ਆ, ਉਹ ਵਿਰਾਗ ਕਰਦੇ ਆ ਪਰਮਾਤਮਾ ਲਈ। ਜੇ ਉਹ ਹੱਸਦੇ ਆ, ਉਹ ਹੱਸਦੇ ਵੀ ਆ ਪਰਮਾਤਮਾ ਦੇ ਰੰਗ ਦੇ ਵਿੱਚ, ਖੇੜੇ ਦੇ ਵਿੱਚ, ਖੁਸ਼ੀ ਦੇ ਵਿੱਚ ਕਿ ਪਰਮਾਤਮਾ ਨਾਲ ਮਿਲਾਪ ਆ। ਕਦੇ ਉਹ ਚੁੱਪ ਕਰਕੇ ਐਨ ਅਫੁਰ ਅਵਸਥਾ ਦੇ ਵਿੱਚ ਰਹਿੰਦੇ ਆ, ਕੋਈ ਉਹਨਾਂ ਦੇ ਚਿਹਰੇ ਤੋਂ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਮੂਡ ਦੇ ਵਿੱਚ ਆ।
ਉਹ ਹੁੰਦੇ ਤਾਂ ਹਮੇਸ਼ਾ ਖੁਸ਼ ਹੈ ਆਨੰਦ ਵਿੱਚ, ਪਰ ਉਹਨਾਂ ਨੂੰ ਪਰਵਾਹ ਨਹੀਂ ਕਿਸੇ ਦੀ ਨਹੀਂ ਉਹਨਾਂ ਨੂੰ ਪਰਵਾਹ ਹੁੰਦੀ। ਉਹਨਾਂ ਨੂੰ ਕਹਿ ਦਿੱਤਾ ਬੇਪਰਵਾਹ, ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਉਹ ਸਿਰਫ ਸੱਚੇ ਨਾਮ ਦੀ ਪਰਵਾਹ ਕਰਦੇ ਆ। ਉਹ ਨਾਮ ਨਾਲ ਹੀ ਆਪਣੀ ਸੁਰਤੀ ਜੋੜ ਕੇ ਰੱਖਦੇ ਆ, ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ ਸਾਡੇ ਕੋਲ। ਜੇ ਸਾਡੇ ਤੋਂ ਕੋਈ ਬੋਲਦਿਆਂ ਹੋਏ ਗਲਤੀ ਹੋ ਗਈ ਹੋਵੇ, ਕਈ ਵਾਰੀ ਕੀ ਹੁੰਦਾ ਕਿ ਕੋਈ ਵਿਚਾਰ ਹੁੰਦੀ ਅਸੀਂ ਬੜੇ ਵਿਸਤਾਰ ਨਾਲ ਨਹੀਂ ਕਰ ਸਕਦੇ, ਕਿਉਂਕਿ ਅਸੀਂ ਟਾਈਮ ਦਾ ਵੀ ਪਾਬੰਦ ਰਹਿਣਾ ਹੈ। ਸੋ ਜੇ ਕੋਈ ਗਲਤੀ ਹੋ ਗਈ ਹੋਵੇ ਉਹ ਮਾफ़ ਕਰਨੇ, ਅਤੇ ਜ਼ਰੂਰ ਤੁਸੀਂ ਸਾਨੂੰ ਦੱਸ ਦਿਓ ਕਿ ਜੇ ਸਾਊਂਡ ਕੁਆਲਿਟੀ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਜਾਂ ਕੁਛ ਵੀ ਦਿੱਕਤ ਆਈ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅੱਜ ਮੈਂ ਕੰਪਿਊਟਰ ਵੀ ਦੂਸਰਾ ਵਰਤਿਆ ਹੋਇਆ, ਸੋ ਨੋਇਜ਼ ਫਿਲਟਰ ਉੱਤੇ ਲਾਇਆ ਨਹੀਂ ਹੋਇਆ। ਸੋ ਸਾਨੂੰ ਦੱਸ ਦਿਓ ਕਿਵੇਂ ਪ੍ਰੋਗਰਾਮ ਰਿਹਾ, ਸਾਨੂੰ ਫੀਡਬੈਕ ਦੇ ਦਿਆ ਕਰੋ। ਇੰਨੀਆਂ ਬੇਨਤੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।